व्यूअर्स, बजट 2024-25 फिर आम आदमी के दरमियान में हूँ। सारे फैक्ट्स एंड फिगर आपके सामने रखते जाएंगे। आम आदमी इस बजट को कैसे देख रहा है ये आम आदमी बताएगा। ये पीछे एक भाई खड़े हैं। अस्सलाम वालेकुम। वालेकुम सलाम। बिलाल भाई क्या हाल है? ठीक है अल्लाह का शुक्र, खैरियत ना लो जी जी अल्हम्दुलिल्लाह अल्हम्दुलिल्लाह। सर बजट आ गया जे हुन हमजा साहब ਨੂੰ ਵੀ ਥੈਂਕ ਯੂ ਬੋਲੋ, ਆਪੀ ਮਰੀਮ ਨੂੰ ਵੀ ਥੈਂਕ ਯੂ ਬੋਲੋ। ਪਹਿਲੇ ਤਸਵੀਰ ਮੁਬਾਰਕ ਵਿਖਾਓ। कायदे पाकिस्तान उन्होंने भी थैंक यू बोलो, क्योंकि आपी मरियम ने किया है कि ये नवाज शरीफ साहब का शबाना रोज़ उन्होंने जो काम किया है, अवाम दोस्त बजट आया, इंशाल्लाह ये तोहफा है। तो पहले इन्होंने थैंक यू बोलो, फिर मियाँ शहबाज साहब भी ने ਇਹ ਹੀਰੇ ਸਾਡੇ ਉੱਤੇ ਨੇ ਤੇ ਅੱਲਾ ਦਾ ਸ਼ੁਕਰ ਹੈ, ਥੈਂਕ ਯੂ ਬੋਲਦੇ ਜਾਓ। ਭਾਈ ਜਾਨ ਉਹ ਹੀਰੇ ਨੇ, ਯਾਰ ਹੀਰੇ ਨੇ, ਕਿਉਂਕਿ ਮੇਰਾ ਦਿਲ ਕਰਦਾ ਮੈਂ ਡੁੱਬ ਮਰਾਂ, ਕਿਉਂਕਿ ਜਿੰਨੀ ਕੋ ਮੈਂ ਤਾਰੀਫਾਂ ਇਹਨਾਂ ਦੀਆਂ ਕੀਤੀਆਂ ਨੇ, ਮੇਰੇ 5-7 ਪ੍ਰੋਗਰਾਮ ਹੋਏ ਨੇ, ਹਕੀਕਤ ਦਿਲ ਕਰਦਾ ਦੇ। ਤੁਸੀਂ ਨੂਨ ਲੀਗੀ ਸੀ? ਹਾਂਜੀ ਅਲਹਮਦੁਲਿਲਾ ਲੂਣ ਲਈ ਕਿਸੇ ਤੇ ਹੁਣ ਹੈਗੇ ਹੋ ਅੱਜ? ਹਾਂ ਭਾਜੀ ਹੁਣ ਇਹਨਾਂ ਨੇ ਕੀ ਕੀਤਾ ਮੈਂ ਹੁਣ ਕੀ ਦੱਸਾਂ ਕਿ ਸਮਝਦਾਰ ਬੰਦੇ ਸਮਝਾਂਗੇ। ਉਹ ਬਜਟ ਪੇਸ਼ ਕੀਤਾ ਹੈ ਕਿ ਪੱਤੇ ਸੁੱਕ ਗਏ ਨੇ ਕਿਕਰਾਂ ਦੇ, ਹੁਣ ਮੁਸ਼ਕਲ ਨਿਕਲਾਂਗੇ। ਤੁਹਾਡੇ ਲਈ ਕੁਝ ਨਹੀਂ ਹੈਗਾ ਇਸ ਬਜਟ 'ਚ? ਕੁਝ ਨਹੀਂ ਹੈਗਾ ਭਾਈ ਨਾ, ਇਹਦੇ 'ਚ ਠੁੱਡੇ ਧੱਕੇ ਇਹ ਦੇਣਾ ਗਰੀਬ ਔਰਤਾਂ ਗਰੀਬਾਂ ਸੇ ਪਰੇਸ਼ਾਨ ਕਰਦੇ ਕਿ ਉਹਨਾਂ ਨੇ ਇੰਨਾ ਕੁ ਮਜਬੂਰ ਕਰਤਾ ਕਿ ਇਹ ਹੋਣਾ ਇਹ 2 ਮਹੀਨੇ ਬਾਅਦ ਜੋ ਹੋਣਾ ਇਹ ਹੋਣਾ ਦੇਣਾ ਤੁਸੀਂ। ਕਿ ਮੇਰਾ ਤਾਂ ਦਿਲ ਕਰਦਾ ਕਿ ਮੈਂ ਮਰ ਜਾਵਾਂ ਜਿਸ ਤਰ੍ਹਾਂ ਮੈਂ ਇਹਨਾਂ ਦੇ ਕਰਦਾ ਸੀ ਛੋ ਮੇ ਆ ਜਾ ਲੂਣ ਨਿਕਾਲਿਆਂ ਦਾ। ਤੁਸੀਂ ਇਹਨਾਂ ਦੀ ਤਾਰੀਫ ਕਰਦੇ ਸੀ? ਹਾਂਜੀ ਮੇਰੇ 5-7 ਪ੍ਰੋਗਰਾਮ ਵੇਖੋ ਤੁਹਾਨੂੰ ਪਤਾ ਲੱਗੇ। ਅੱਗੇ ਆ ਜਾਓ, ਅੱਗੇ ਆ ਜਾਓ। ਹੁਣ ਨੂਨ ਲੀਗ ਦੀ ਤਾਰੀਫ ਨਹੀਂ? ਨਹੀਂ ਤਾਰੀਫ, ਕਿਉਂਕਿ ਇਹਨਾਂ ਨੇ ਪਰੇਸ਼ਾਨ ਕਰਤਾ ਸਾਨੂੰ। ਲੇਕਿਨ ਆਪੀ ਮਰੀਮ ਨੇ ਤਾਂ ਮੁਬਾਰਕਬਾਦ ਦਿੱਤੀ ਹੈ। ਉਹਨਾਂ ਨੇ ਕਿਹਾ ਬਜਟ ਆਵਾਮ ਦੋਸਤ ਬਜਟ ਹੈਗਾ ਜੇ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਕੋਈ ਵੀ ਮੁਲਜ਼ਮ ਫੜੋ ਉਹਨੂੰ ਕਹੋ ਤੂੰ ਚੋਰ ਹੈ, ਉਹ ਕਹਿੰਦਾ ਮੈਂ ਚੋਰ ਹਾਂ, ਨਹੀਂ ਕਹੇਗਾ? ਨਹੀਂ ਦੱਸੋ ਮੈਨੂੰ ਕਿਹੜਾ ਕਹੇਗਾ? ਨਹੀਂ ਕਹੇਗਾ। ਇਹ ਗਲਤ ਗੱਲ ਕੀਤੀ ਹੈ। ਤਾਰੀਫਾਂ ਤੇ ਆਪਣੇ ਪੁੱਲ ਬੰਨਣੇ ਨੇ। लेकिन आपी मरियम झूठ नहीं बोल सकते। बजट च कुछ सोना होना है, भाई कुछ जान, ਇਹੋ ਜਿਹਾ ਹੋਣਾ ਜਿਹੜਾ ਉਹਨਾਂ ਨੇ ਤਾਰੀਫ ਕੀਤੀ ਹੈ। ਇਹ ਜਿਹੜਾ ਹੈਗਾ ਨਾ ਮਰੀਮ ਨਵਾਜ਼ ਦਾ ਬਜਟ ਨਹੀਂ ਹੈਗਾ, IMF ਦਾ ਬਜਟ ਹੈਗਾ। मैं आ रहा हूं IMF ਦਾ ਬਜਟ ਹਾਂਜੀ। ਆਪੀ ਮਰੀਮ ਦਾ ਬਜਟ ਨਹੀਂ ਬਜਟ ਹੈਗਾ। ਨਹੀਂ ਹੈਗਾ, ਪੱਕੀ ਗੱਲ ਹੈ। ਹਾਂਜੀ। ਇਹ ਮੀਆਂ ਸ਼ਬਾਜ਼ ਦੀ ਸ਼ਬਾਨਾ ਰੋਜ਼ ਮਿਹਨਤ ਦਾ ਬਜਟ ਹੈ। ਭਾਈਜਾਨ ਨਹੀਂ, IMF ਦਾ ਬਜਟ ਹੈਗਾ, ਕਿਸੇ ਦਾ ਨਹੀਂ ਹੈਗਾ। ਲੇਕਿਨ ਗਰੀਬ ਆਦਮੀ ਦੇ ਨਿਕਲਣਾ ਜਿਹੋ ਜਿਹਾ ਬਜਟ ਕੱਢਦਾ ਹੈ ਤਾਂ ਲਹੂ ਨਿਕਲਣਾ ਮੈਂ ਗਰੀਬ ਆਦਮੀ ਦਾ ਲਹੂ ਨਿਕਲਣਾ ਹੈ। ਐਦੀ ਥੋੜੀ ਬਹੁਤੀ ਖੁਸ਼ਹਾਲੀ ਹੈਗੀ ਨਾ, ਇਹ ਵੀ ਨਹੀਂ ਰਹਿਣੀ। ਹੁਣ ਗਰੀਬ ਬਿਜਲੀ ਗੈਸ ਤੇ ਬਿੱਲ ਕਿਸ ਤਰ੍ਹਾਂ ਦੇਵੇਗਾ ਤੇ ਦਵਾਈਆਂ ਕਿਸ ਤਰ੍ਹਾਂ ਲਵੇਗਾ ਤੇ ਬੱਚੀਆਂ ਦਾ ਵਿਆਹ ਕਿਸ ਤਰ੍ਹਾਂ ਕਰੇਗਾ? ਭਾਈਜਾਨ ਮੰਗੇਗਾ ਕਿ ਹੁਣ ਬੱਚੀਆਂ ਕਮਾਣਗੀਆਂ ਉਹਨਾਂ ਦੀਆਂ ਤੇ ਉਹ ਖਾਣਗੇ ਅੱਗੇ ਲੁਕ इज्जत चलो जान दो ना, चलो सर बजट आपको नहीं पता, ਤੁਹਾਨੂੰ नहीं पता बिलाल भाई, ਸਾਨੂੰ सिर्फ इन्ना दस ਦਿਓ। ਤੁਸੀਂ ਸਾਡੇ ਨਾਲੋਂ ਜ਼ਿਆਦਾ ਸੀਨੀਅਰ ਹੋ। मैं आम आदमी के पास आया हूँ। ਬਜਟ ਨੇ ਤੇ ਤਬਾਹ ਕਰ ਦਿੱਤਾ ਬਿਲਾਲ ਭਾਈ। ਕਿਹੜੀ ਚੀਜ਼ ਦੇ ਟੈਕਸ ਨਹੀਂ ਲੱਗਾ? ਮੈਨੂੰ ਦੱਸ ਦਿਓ ਨਾ ਕਿਹੜੀ ਚੀਜ਼ ਦੇ ਟੈਕਸ ਨਹੀਂ ਲੱਗਾ? ਆਟਾ, ਚੀਨੀ, ਪੱਤੀ, ਘਿਓ, ਪੈਟਰੋਲ ਕਿੰਨੇ ਦਾ ਲੀਟਰ ਕਰ ਦਿੱਤਾ ਹੈ? ਪੈਟਰੋਲੀਅਮ ਡਿਵੈਲਪਮੈਂਟ ਲੈਵੀ ਵੀ ਵਧਾਤੀ ਜੇ। ਕਿੰਨਾ ਵਧਾਇਆ? 80 ਕਰਤੀ ਜੇ 60 ਤੋਂ 380 ਦੇ ਹੋ ਗਿਆ। ਨਹੀਂ 60 ਸੀ, ਹੁਣ 80 ਰੁਪਏ ਲੈ ਕੇ ਜਾਣਾ ਉਹਨੂੰ। ਆਹਿਸਤਾ ਟੀਕੇ ਛੋਟੇ ਟੀਕੇ ਲਾਣਗੇ, ਵੱਡਾ ਟੀਕਾ ਨਹੀਂ ਲਾਣਗੇ। ਉਹ ਬਿਲਾਲ ਭਾਈ ਤੁਸੀਂ ਕਹਿ ਰਹੇ ਹੋ ਛੋਟੇ ਟੀਕੇ ਲਾਣਗੇ, ਉਹਨਾਂ ਨੇ ਐਡਾ ਵੱਡਾ ਟੀਕਾ ਲਾ ਦਿੱਤਾ ਨਾ। ਅੱਜ ਮੈਂ ਵੇਖ ਰਿਹਾ ਸੀ ਸਾਡਾ ਵਜ਼ੀਰ ਆਜ਼ਮ ਬਹਿ ਕੇ ਇਸ ਤਰ੍ਹਾਂ ਟਪ ਟੇਬਲ ਵਜਾ ਰਿਹਾ ਸੀ। ਮੈਨੂੰ ਕਸਮ ਅੱਲਾ ਦੀ ਦਿਲੀ ਦੁੱਖ ਹੋਇਆ ਕਿ ਯਾਰ ਤੁਸੀਂ ਗਰੀਬ ਦਾ ਬੇੜਾ ਗਰਕ ਕਰ ਰਹੇ ਹੋ। ਇਹ ਕਿਹੜਾ ਬਜਟ ਦੇ ਰਹੇ ਹੋ? ਇਹ ਬਜਟ ਕਹਿੰਦੇ ਨਾ, ਸਾਡੀ ਮਰੀਮ ਨਵਾਜ਼ ਸਾਹਿਬ ਕਹਿ ਰਹੀ ਹੈ ਨਾ ਕਿ ਇਹ ਬਜਟ ਨਵਾਜ਼ ਸ਼ਰੀਫ ਦਾ ਨਹੀਂ ਹੈ ਬਜਟ, ਇਹ IMF ਦਾ ਬਜਟ ਹੈ। IMF ਇਹਨਾਂ ਨੂੰ ਪੜ੍ਹਾ ਰਿਹਾ ਹੈ ਤੇ ਇਹ ਪੜ੍ਹ ਰਹੇ ਨੇ। ਜਿੱਦਾਂ ਛੋਟਾ ਜਿਹਾ ਬੱਚਾ ਸਕੂਲ ਜਾਂਦਾ ਨਾ, ਟੀਚਰ ਪੜ੍ਹਾਉਂਦੀ ਹੈ ਨਾ, ਇਸ ਤਰ੍ਹਾਂ IMF ਇਹਨਾਂ ਨੂੰ ਪੜ੍ਹਾ ਰਿਹਾ ਹੈ। ਇਹਨਾਂ ਨੂੰ ਤਾਂ ਕਰਜ਼ਾ ਨਹੀਂ ਮਿਲ ਰਿਹਾ ਸੀ ਇੰਨੀ ਤੁਸੀਂ ਮੈਨੂੰ ਦੱਸੋ, ਇਹ ਥੋੜੇ ਦਿਨ ਪਹਿਲੇ ਚੀਨ ਗਏ ਸੀ, ਪੂਰੀ ਕਬੀਨਾ ਲੈ ਕੇ ਗਏ ਸੀ। ਇਹਨਾਂ ਦਾ ਕੀ ਕੰਮ ਹੈ ਪੂਰੀ ਕਬੀਨਾ ਉੱਥੇ ਲਿਜਾਣ ਦਾ? ਦੱਸੋ ਮੈਨੂੰ। ਲੈ ਕੇ ਵੀ ਕੁਛ ਨਹੀਂ ਆਏ, ਉਹਨਾਂ ਨੇ ਦਿੱਤਾ ਵੀ ਕੁਛ ਨਹੀਂ। ਖਰਚਾ ਕਿੱਦਾਂ ਹੋਇਆ? ਮੇਰਾ ਤੁਹਾਡਾ ਇਹ ਮਾਸੂਮ ਦਾ ਹੋਇਆ, ਇਹ ਭਾਈ ਦਾ ਹੋਇਆ। ਇਹਦਾ ਇਹ ਵੇਖ ਲਓ ਕੀ ਹਾਲਤ ਹੈ ਇਹਦੀ। ਕੀ ਕਹਿ ਰਹੇ ਹੋ? ये IMF का कलाम लोग हुकूमत है, नहीं मंजूर हमें। नहीं नवाज शरीफ गुलामी नहीं कर सकता किसी की। क्यों गुलामी? और किस तरह गुलामी होता है? देखो मैं तुमको क्या बताऊं है, और किस तरह गुलामी? वो आंखों में आंखें डाल के बात करता है। बस छोड़ो, बात करता है, बात करने से क्या है?
उधर तो मुझसे मार खाता है तो और किस तरह वो का पर्ची पकड़ के बात करता है, पर्ची उसको पढ़ना नहीं आता, फिर साथ पानी उठाता है, पीता है, फिर रख देता है। हैं? यार नहीं होना चाहिए ऐसे। ये बजट चाचा तेरे हालात बेहतर करने आया है, मैं तो मुबारकबाद देने आया था सबको। वो सर आपका अभी कोई सर मार देगा। मजदूर वास्ते क्या किया उसने? हैं? देखो, ये तुम्हारा तनख्वाह उसने बढ़ाया, आप सरकारी है, सरकार बिल्कुल सरकार को ये बढ़ाया, बात थी समझ ना, आज गए? मैं सुन रहा तो था। मजदूरों के वास्ते तुमने किया आप किया? 37,000 कर दिया मजदूर की उजरत, कम से कम 32 से 37। यार बातें करने से है ना, मजदूर को तुम देगा तो 37,000 कर दिया, उसमें टैक्स कितने लगा दिए? की कह रहे हो? बोल दे 20,000 ਤੇ ਮੈਂ ਕਿਹਾ ਆਪਣੇ ਮੁਲਾਜ਼ਮ ਲਾਓ, ਤੁਸੀਂ 37,000 ਕਹਿ ਰਹੇ ਹੋ, 20,000 ਤੇ ਲਾਓ ਸਭ 20,000 ਤੇ ਤੁਸੀਂ ਤਿਆਰ ਹੋ ਕੰਮ ਕਰਨ ਲਈ? ਤੇ ਜ਼ਾਹਿਰ ਹੈ ਜਦੋਂ ਕੰਮ ਹੀ ਨਹੀਂ ਹੋਣਾ, ਮਜ਼ਦੂਰੀ ਨਹੀਂ ਹੈਗੀ ਆ ਜਾਏ। ਤੇ 20,000 ਤੇ ਆ ਹੀ ਰਿਹਾ ਨਾ, ਕੋਈ ਆਣਾ ਚਾਹੀਦਾ ਹੈ, ਕਾਰੋਬਾਰ ਹੀ ਨਹੀਂ ਹੈਗਾ। ਅੰਕਲ ਜੀ 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 ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਾਰੋਬਾਰ ਨਹੀਂ ਹੈਗਾ। ਕਾਰੋਬਾਰ ਕਿਸ ਤਰ੍ਹਾਂ ਖੁਸ਼ਹਾਲੀ ਹੋਏਗੀ? ਤੁਸੀਂ ਸਿਰਫ ਮੈਨੂੰ ਇੰਨਾ ਦੱਸ ਦਿਓ, ਖੁਸ਼ਹਾਲੀ ਕਿਸ ਤਰ੍ਹਾਂ ਹੋਏਗੀ? ਤੁਸੀਂ ਇੱਕ ਹੋਰ ਚਾਚੂ ਆਏ ਨੇ, ਤੁਸੀਂ ਅਖਬਾਰ ਵੇਚਦੇ ਹੋ? ਇਹ ਟੋਪੀ ਕੀ ਪਾਈ ਹੋਈ ਏ? ਧੁੱਪਾਂ ਸੇ ਪਾਈ ਭਾਈ। ਧੁੱਪ ਵਾਸਤੇ ਪਾਈ ਏ। ਅੱਜ ਤੁਹਾਡਾ ਬਜਟ ਆ ਗਿਆ ਜੇ, ਆਪੀ ਮਰੀਮ ਖੁਸ਼ਹਾਲੀ ਲਿਆਈਏ। ਅੱਛਾ ਜੀ, ਠੀਕ ਕਿੰਨੀ ਖੁਸ਼ੀ ਏ? ਕਿਹੜੀ ਖੁਸ਼ਹਾਲੀ ਆਈ ਹੈ? ਪੁੱਛੋ ਨਾ ਅੰਕਲ ਜੀ, ਇਹਨਾਂ ਨੂੰ ਪੁੱਛੋ ਕਿਹੜੀ ਖੁਸ਼ਹਾਲੀ ਤੁਹਾਡੀ ਗੁਰਬਤ ਮੁੱਕੀ ਹੈ ਅੱਜ ਬਜਟ ਆਉਣ ਤੋਂ ਜਾਓ ਨਾ, ਬਾਅਦ। ਇੱਥੇ ਵੱਡੇ ਵੱਡੇ ਫਲੈਕਸ ਲੱਗੇ ਨੇ ਉਹਨਾਂ ਦੇ, ਵੱਡੇ ਵੱਡੇ ਫਲੈਕਸ। ਮੈਨੂੰ ਦਿਲੀ ਦੁੱਖ ਹੁੰਦਾ ਹੈ ਕਿ ਅੱਜ ਵੀ ਸਾਡੀ ਆਵਾਮ ਆਪਣੀ ਦੁਕਾਨਾਂ ਦੇ ਉੱਤੇ, ਆਪਣੇ ਘਰਾਂ ਦੇ ਉੱਤੇ ਇਹਨਾਂ ਦੇ ਐਡੇ ਵੱਡੇ ਵੱਡੇ ਫਲੈਕਸ ਛਾਪ ਕੇ ਲਾਏ ਨੇ। ਕਿਉਂ ਲਾਏ ਨੇ ਇਹਨਾਂ ਨੇ? ਯਾਰ ਤਬਾਹੀ ਲਾ ਦਿੱਤੀ ਯਾਰ ਇਹਨਾਂ ਨੇ। ਇਹ ਨੂਨ ਲੀਗ ਦਾ ਗੜ ਹੁੰਦਾ ਸੀ, ਮੰਨਦੇ ਹੋ ਨਾ ਇਹ ਗੜ? ਅੱਜ ਜਾ ਕੇ ਅੰਦਰ ਪੁੱਛ ਲਓ, ਇੱਕ ਬੰਦਾ ਵੀ ਕਹੇਗਾ ਕਿ ਮੈਂ ਨੂਨ ਲੀਗ ਨੂੰ ਸਪੋਰਟ ਕਰਨਾ ਵਾ ਤੇ ਗੱਲ ਹੋਈ। 100 ਦੇ ਵਿੱਚੋਂ 5% ਹੋਣਗੇ ਤੇ 95% ਕਹਿਣਗੇ ਸਾਡੇ ਹੱਥ ਖੜੇ ਨੇ। ਇਸ ਤਰ੍ਹਾਂ ਨਹੀਂ ਹੁੰਦਾ ਯਾਰ। ਤੁਸੀਂ ਮੈਨੂੰ ਸਿਰਫ ਇੰਨੀ ਗੱਲ ਦੱਸ ਦਿਓ ਬਿਲਾਲ ਭਾਈ ਕਿ ਜਿਹੜੇ ਵਜ਼ੀਰ ਆਜ਼ਮ ਦੀ ਸਾਰੀ ਪ੍ਰਾਪਰਟੀ ਬਾਹਰ ਪਈ ਹੈ ਕਿ ਨਹੀਂ ਪਈ? ਤੇ ਇੱਥੇ ਆ ਕੇ ਵਜ਼ੀਰ ਆਜ਼ਮ, ਵਜ਼ੀਰ ਆਲਾ, ਫਿਰ ਬਜਟ ਤੇ ਫਿਰ ਕਰਜ਼ਾ। ਯਾਰ ਕਿਉਂ ਆਪਣੀ ਪ੍ਰਾਪਰਟੀ ਲਿਆਣ ਪਾਕਿਸਤਾਨ ਦੇ ਵਿੱਚ? ਮੈਂ ਕਸਮ ਖਾ ਕੇ ਕਹਿ ਸਕਣਾ ਵਾਂ, ਕਸਮ ਖਾ ਕੇ, ਸਾਰੇ ਸੁਣ ਲਓ, ਇਹ ਆਪਣੀ ਪ੍ਰਾਪਰਟੀ ਲੈਣ ਬਿਲਾਲ ਭਾਈ, ਇਹ ਆਪਣੀ ਪ੍ਰਾਪਰਟੀ ਲੈਣ। ਇਮਰਾਨ ਖਾਨ ਸਿਆਸਤ ਛੱਡ ਦੇਗਾ। ਉਹ ਇਹਨਾਂ ਨੂੰ ਕਹੇਗਾ ਤੁਸੀਂ ਦੋਵੇਂ ਜਣੇ ਨਾ 5 ਸਾਲ ਤੂੰ ਕਰ, 5 ਸਾਲ ਤੂੰ ਕਰ, ਮੈਂ ਬਹਿ ਕੇ ਵੇਖਾਂਗਾ। ਖਾਨ ਨੂੰ ਨਹੀਂ ਲੋੜ। ਖਾਨ ਸਿਰਫ ਇਹ ਗੱਲ ਕਰਦਾ ਕਿ ਪਾਕਿਸਤਾਨ ਨੂੰ ਸੁਧਾਰੋ, ਪਾਕਿਸਤਾਨ ਦਾ ਸੋਚੋ। ਇਹ ਬਜਟ ਤੋਂ ਬਾਅਦ ਤੁਹਾਡਾ ਬਜਟ ਕਿਚਨ ਮਹਿੰਗਾ ਹੋਏਗਾ, ਸਸਤਾ ਹੋਏਗਾ? ਸਰ ਬਜਟ ਮੁਤਮਈਨ ਹੈ? ਮੈਂ ਦੱਸਣਾ ਵਾ, ਮੁਰਗੀ ਕਿਹਦੀ ਆ ਰਹੀ ਹੈ? ਹਮਜ਼ਾ ਸ਼ਹਬਾਜ਼ ਸਾਹਿਬ ਦੀ। ਸਸਤੀ ਨਹੀਂ ਹੋ ਸਕਦੀ, सस्ती नहीं हो सकती मुर्गी। और उधर मजदूरों के पास चले, मजदूर आदमी मस्जिद महंगी हुई। फिर हम आगे जाएंगे जहां आम पाकिस्तानी बैठा है, क्योंकि मेरा प्रोग्राम आम पाकिस्तानी का है। कैसे देख रहे हैं सर इस बजट को? बजट को देख रहे हैं जी कि शाम में आ जाए। ख्वाहिशात जो पूरी की जाती रही हैं आज तक, जी जी उनके ऊपर पूरी कौम को कुर्बान कर दिया गया है। ठीक है, सारा है 8500 अरब का, ऐसे ही है। और जो सूद की अदायगी है वो है 9775 अरब की। बिल्कुल, इसका मतलब है कि खसारा कोई नहीं है। जो अयाशियों के लिए आज तक कर्ज लिया गया, उस कर्ज की वजह से आज हम दबे हुए हैं। आज भी अगर सूद ना देना हो तो हमारी आमदन सरप्लस। इसलिए मैं ये समझता हूँ कि ये बजट आम बंदे का बजट नहीं है, ये शराफिया का बजट है, ये अमीर लोगों का बजट है, ये उन लोगों का बजट है जिन्होंने मुल्क के साथ खिलवाड़ किया है, जिन्होंने हमारी उम्मीदों के सौदे किए हैं, जिन्होंने हमारे बच्चों का मुस्तकबिल ख़रीदा है और उसको बेचा फिर उन्होंने। ये उन लोगों का बजट है, आवाम का बजट नहीं। सर लेकिन आपी मरियम ने तो खुशखबरी सुनाई है कि नवाज शरीफ तुम्हारा, उनकी बात का जिस्ट ये है कि मियाँ साहब का शुक्रिया जिन्होंने अवाम दोस्त बजट दिया, और शहबाज पाकिस्तान भी कह रहे हैं अब हम तरक्की की तरफ गामजन हो जाएंगे। मोहम्मद औरंगजेब साहब भी कह रहे हैं, हमजा साहब भी कह रहे हैं हौसला नहीं आना। सागडार साहब ने शबाना रोज़ काम किया, जरदारी साहब ने गो के नून लीग ने उसका, पीपल्स पार्टी ने बाइकआउट किया, लेकिन जमहूरियत के तसलसल के लिए इंशाल्लाह वो भी इस बजट को सपोर्ट करेंगे, वरना जमहूरियत का जो अमल है वो सबोटाज हो जाएगा। तो आप भी सपोर्ट करें, आम आदमी को कहें कि कायदीन के साथ मिलकर शबाना रोज़ गुर्बत और तंगी से हलें, कौमें तंगी से बनती हैं। मेरा ख्याल है जी तंगी हम तो सारे सह रहे हैं, इनमें से पूछें कोई खुशहाल नहीं है। हम सारे तंगी सह रहे हैं, हम सारे मुश्किलात से गुज़र रहे हैं। इनका एक दिन का जो मेकअप है ना जी, वो मेकअप हमारे पूरे महीने के घर के खर्च से ज़्यादा है। तो ये जो इतना आप कह लें कि हमें दरस दे रहे हैं और हमें तबलीग कर रहे हैं कि जनाब आप आ जाएं, रूखी सूखी खाएं और अपने पेटों पे पत्थर बांधने, मुल्क लेके चलना है। तो भाई अकेला हमने मुल्क लेके चलना है, आप किधर हैं?
आप तो हमारे हुक्मरान हैं, आए ना ज़रा शहबाज शरीफ साहब इस किसी मोहल्ले में आके अपनी राहत रखें और इसी तरीके से मियाँ साहब इनमें आके रहना शुरू करें और फिर उसके बाद जाती उमरा को बेचें, उसके बाद अपने मॉडल टाउन के घर को बेचें, फिर जनाब जो बड़ी बड़ी इनकी बिलावल हाउस इन्होंने पूरे मुल्क में बना रखे हैं ये उनको बेचें। भाईजान ये जमहूरियत को कोई ख़तरा नहीं है, ख़तरा सिर्फ इस चीज़ को है कि ये इस बात से डरते हैं कि कहीं हमारी हुकूमतें ना जाती रहें। लूटना इन्होंने सारों ने मिलके लूटा गया, तो आज आप कह लें कि हमारे मुल्क पे इतना बड़ा कर्ज है कि कर्ज की अदायगी के लिए उस पे जो सूद है वो हमें 9,775 अरब रुपए देने पड़ रहे हैं। अगर इन्होंने ये कर्ज ना लिया होता तो हम तो आज भी सरप्लस के अंदर थे, आज भी खुशहाल थे। तो कुर्बानी थोड़ी सी ये दें ताकि मामला बेहतर हो। हम में से तो कोई भी ऐसा नहीं जो कुर्बानी ना दे रहा हो, हम सारे कुर्बानी दे रहे हैं। अगर नहीं दे रहे तो ये नहीं दे रहे। ईद कुर्बान के ऊपर भी अब हम ही कुर्बान होने जा रहे हैं। इन्होंने जानवर कुर्बान करने हैं और आवाम को इन्होंने ज़िबा कर दिया। चले मैं एक आपसे, आप कहते हैं इनका मेकअप इतना है कि हमारा महीने का खर्चा उतना नहीं, तो मैं भी चले इनडायरेक्टली बात करूंगा। अरबपति, खरबपति, बल्कि सॉरी अरबपति नहीं, खरबोंपति, अगर उससे भी आगे कोई वर्ड है तो मुझे मैथ्स का मैं तालिब इल्म नहीं हूँ वरना मैं कह देता। खरबोंपति दादा की अगर पोती अगर अपने दादा की शुबाना रोज़ मेहनत के बाद अगर मेकअप थोड़ा सा कर लेती हैं सर, तो इतना तो हक बनता है। फिर कुर्बानी ये कम है कि हमजा साहब को इस इलाके की खिदमत पे मामूर कर दिया, नवाज शरीफ अपनी तबीयत पे कॉम्प्रोमाइज़ करके शुबाना रोज़ काम कर रहे हैं। शहबाज पाकिस्तान हर वक्त का आज मौलाना फजल रहमान के घर चले गए मुल्क में जमहूरी अमल को मजबूत करने के लिए। सर जरदारी साहब ने यानी आले भुट्टो को कौम की खिदमत में मामूर कर दिया और क्या कुर्बानी मांग रहे हैं? धेले धेले का साहब इन्होंने दिया। हम इतने कठोर दिल क्यों हैं सर? और भाईजान असल ये है, ये देले देले का हिसाब दे रहे हैं। मसला हमारा जिनके पास देला है नहीं है, हम किधर जाएं? ये तो देले देले का हिसाब दे देंगे। देले का हिसाब देना आसान है, खरबों का हिसाब देना मुश्किल है। ये देलों का हिसाब बड़ी आसानी से दे लेते हैं। कभी ये नहीं कहेंगे कि हम मुल्क के ऊपर चढ़े हुए इस खरबों रुपए के और अरबों डॉलर के कर्ज का हिसाब देंगे। ये कभी इस कर्ज का हिसाब देने के लिए तैयार नहीं होंगे। ये कहेंगे हमने एक देले की करप्शन नहीं की, बिल्कुल सच बोलेंगे। खरबों की करप्शन के अंदर देला आता ही नहीं मेरे भाई, वो किधर है? ये सारे माड़े लोग मार रहे हैं, कमज़ोर लोग इस वक्त मार रहे हैं। आप इनमें से पूछ के देखें ना, आज जो कुर्बानी के जानवर गलियों में निकल के देखें, कितने लोग हैं जो इस साल कुर्बानी खरीद रहे हैं? ज़रा आप पूछ के देखें आम बंदों से, क्या वो अपने बच्चों के कपड़े खरीद रहा है? हालात तो इस वक्त बड़े दिगर गुँ हैं, तो ये कुर्बानियाँ दे रहे हैं भाई, इनका हक बनता है ये सारा कुछ करें। हमारे ऊपर से बुलडोज़र भी गुजार दें तो हम तो कुछ नहीं कह सकते। हम माड़े लोग हैं, कमज़ोर लोग हैं, ये इस वक्त छाए हुए हैं, लेकिन इस आवाम ने इनसे हिसाब लेना है और इनके हिसाब का वक्त बहुत करीब है। इस दफ़ा तो जैसे तैसे करके ये इलेक्शन जीत गए हैं, इंशाल्लाह अगली दफ़ा ना जो भागने वाले हैं वो जीतेंगे, ना जो अंदर हैं वो जीतेंगे, ना जो हुक्मरान हैं ये जीतेंगे। इन सब ने मिल के मुल्क को मकरूज़ किया और हम वाज़ेह लफ्ज़ों में ये बात कहते हैं कि अवाम का वक्त आ रहा है। अवाम इंशाल्लाह इन्हें रगेदेंगे भी, इनको जलील भी करेंगे, इनको खींचेंगे भी। जिस तरह से ये कर रहे हैं, लफ्ज़ों के गोरखधंधे में हमें ना डालें। हमें ये बताएं आज हमारी मार्केटें सुनसान क्यों हैं, हमें ये बताया जाए आज हमारा आम बंदा परेशान क्यों है, हमें ये बताया जाए कि आम बंदे का चूल्हा क्यों नहीं जल रहा। मसला मेरे भाई ये है, बाकी ये तो जो करते चले जा रहे हैं इनका हक बनता है ये करें। सैलरी पेशन यानी जो सैलरी पेशा लोग हैं, तनख्वाहदार तबका, अगर आप फैक्ट्स एंड फिगर देखें मेरी तो रूह कांप जाती है। मैं खुद तनख्वाहदार तबका हूँ, मेरा उसमें शुमार होता है। वो क्या करे उसके लिए ज़रा कोई मशवरा दे दें। आपकी बातें लग रही हैं, आप माशाल्लाह समझदार आदमी हैं। सैलरी पेशे जो सैलरी से लोग मुंसलिक हैं उनको कोई मशवरा दें सर। सैलरी वाले से मैं यही कहूँगा कि मेरे भाई और टैक्स दें, और टैक्स दें, और टैक्स दें। देखें अभी भी 400 अरब के करीब सैलरी वाले टैक्स दे रहे हैं और जो आपका इंडस्ट्रियलिस्ट है जो बाकी हैं वो 85 अरब रुपया टैक्स दे रहा है। सेल्स टैक्स आम बंदा देता है, ये सेठ नहीं देते। होता क्या है, ये अपनी एक प्रोडक्ट मार्केट में लेके आते हैं, 1 लाख की तादाद में इन्होंने अपनी वो प्रोडक्ट तैयार की है, हमसे ये 17% 18% सेल टैक्स ले लेते हैं और उसके बाद होता ये है कि हुकूमत के ख़जानों में ये उसका 10वां हिस्सा जमा करवाते हैं, बाकी 90% भी इनकी जेब में चला जाता है। कहा यह जाता है कि आम बंदा टैक्स नहीं दे रहा। इनमें से एक भी ऐसा नहीं है। ये 10 रुपये का शैम्पू भी अपने घर में वो जो साशे पैक होता है लेके आए ना,
ये उसके ऊपर भी टैक्स दे रहे हैं, ये रोड पे चढ़ते हैं ये टैक्स दे रहे हैं, ये पेट्रोल डलवाते हैं ये टैक्स दे रहे हैं, ये मोबाइल में बैलेंस डलवाते हैं ये टैक्स दे रहे हैं, ये बेचारे मोटरसाइकिल कभी ख़रीद लें मुश्किल में आके ये उसके ऊपर टैक्स दे रहे हैं। ये सारा कुछ कर रहे हैं। मसला निज़ाम के जुल्म का है। जो निज़ाम हमारे ऊपर जुल्म कर रहा है भाई, वो टैक्स की कलेक्शन जो आम बंदे से की जा रही है वो हमारे ख़जाने में नहीं जा रही। नतीजा ये निकल रहा है आज हम पिस रहे हैं। इस सब के बावजूद हमारी आमदन सरप्लस है और हमारा खसारा जो है वो हमारे सूद की अदायगी से कम है। मैं फिर ये कहूँगा अल्लाह और उसके रसूल के साथ जंग को बंद करें, ये सूद की अदायगी रोकी जाए ताकि आम बंदा खुशहाल हो। आखिरी सवाल, मियां नवाज शरीफ साहब नून लीग के सदर बन गए हैं, अब आपको लग रहा है इस साल कोई बेहतरी आएगी, गरीब की गुर्बत में कमी आएगी? पहले नून लीग का सदर कौन था शहबाज पाकिस्तान, और उससे पहले कौन था? की कह रहे हो? ਆਏਗਾ ਉਹਦੇ ਤੇ ਵੀ ਟੈਕਸ ਲਾਣਗੇ ना कर चाचू, ਆਹੋ चाचू नवाज शरीफ आ ਆ गया ਕੀ जे। ਲੈਣਾ ਸੈਲਰੀਆਂ ਦੇ ਲਾਇਆ ਇਹਨਾਂ ਨੇ ਵੀ ਲਾਣਗੇ ਕੀ ਜੋ ਕਹਾਂਗੇ ਟੈਕਸ ਦਿਓ ਹੁਣੀ 20 ਰੁਪਏ ਤੇ ਦੇ ਰਹੇ ਨੇ ਹੋਰ ਕੀ ਚਾਹੀਦਾ ये भाईजान आम आवाम की बात है, ये आम बंदे हैं, ये बेचारे अल्फाज के गोरख धंधे को नहीं जानते। और भाईजान आज तक नून लीग के सदर मियां नवाज शरीफ साहब ही रहे हैं। ये दरमियान में थोड़ी सी ड्यूरेशन आई थी जिसमें वो नाम के सदर नहीं थे, बाकी काम तो सारा उनके पास था। मेरे भाई बात साफ सीधी है, इन्हें अवाम का कोई दर्द नहीं, ना इन्हें अवाम की कोई तकलीफ़ है। हम सारे धूप में जा रहे हैं, ये एयर कंडीशन कमरों में बैठ के अपना वक्त गुजार रहे हैं। इन्होंने फिर भाग जाना मुल्क छोड़ के, हमने यहीं पे रह जाना है। और बात वही है, हर चीज़ पे टैक्स देंगे, खाने पे भी टैक्स देंगे, निकालने पे भी टैक्स देंगे। 11% महंगाई हो गई है बकौल हुकूमत के, इसको तो अप्रिशिएट कर दें। मेरी बात सुने, मेरी बात सुने। 11% जिसको ये कैलकुलेट कर रहे हैं ना, इन्होंने उसके लिए आम बंदे को ज़िबा कर दिया है। आप देखें किसान ज़िबा हुआ है। इसने लोगों का कपड़े उतार दिया। ये ना करो, तुम्हें उम्मीद है बजट से तुम्हारी गुर्बत में कमी होगा? और नहीं यार, 4 साल लंदन में क्यों पका हुआ था? उसका तबीयत खराब था। तबीयत खराब, मर रहा हुआ क्या? घूम रहा था पहले तुम दुआ नहीं करता था दरबार में घूम उसके रहा लिए? था, घूम रहा था, ठीक ठाक था। मीडिया वाला कसम खाए मेरे को बोले हाँ, ठीक ठाक था। इमरान खान को गोली लगा, क्यों मारने गया? हाँ जी, ये बात है। मुल्क को तरक्की दे सकते हैं बुज़दिल आदमी, बुज़दिल चाचा जब उसका तबीयत खराब था तुम दुआ नहीं करता? खराब था, सबको झूठ बोलने पे लगा दिया, सबको पैसे दे के झूठ बोलने पे लगा दिया, सबको गुमराह किया, सबको झूठ बोलने पे लगा दिया। तुम कसम कहो, तुम पैसे नहीं दिया मीडिया वाला को, खुदा की कसम मैंने पैसे नहीं अखबार लिया। वाला को, सबको पैसे दिया, वकील को, जज को, और बंदे को खरीद लिया। जज को इतना खरीदा है, इसको वो पैसे जर्नल को। तुम ये बताओ, तुम बजट पे नून लीग का शुक्रिया अदा करता है? बाकी बात ही क्यों, जिस दिन जनरल मुसलमान हो गया ना, नवाज शरीफ फिर जेल के अंदर जाएगा। चाचू नहीं, मुझे एक बात का जवाब दे दो, एक जवाब। रुको चाचा, इस रुको। बजट से तुम्हारा गुर्बत कम होगा? नहीं कम हो रहे इस बजट से, बेड़ा खर्च किधर कर देगा बेड़ा गर्क हो जाएगा? बजट अभी सारा बिलाल भाई, बजट इसकी उम्र पंजाब कितनी में है? हैं? इसकी उम्र कितनी है? बजट है, कम से कम इस चाचे की उम्र कितनी होगी? 60 साल होगी। 60 साल होगी। 60 सालों में इसने 30 साल नून लीग को, पीपल पार्टी को देखा है, देखा है ना। हम लोग तो आज ही हैं, हमारा होश हमने 2015-16 में संभाली है। 4 साल भागता नहीं था, भाग गया, पैरस में घूम रहे, सैर कर रहे, इधर उधर अजान हो घूम रही है, रहे। अजान हो रही है। सर बात खत्म करें, अजान हो रही है सर। बस मैं तो जी ये बात कहना चाहता हूँ, आप जो कह रहे हैं गुर्बत का अपना महंगाई कम हुई है, किसान को मार के ज़िबा करके उसकी गंदम औने पौने खरीद के ये बात कह रहे हैं कि हमने गुर्बत कम कर दी है। गुर्बत तब कम होगी जब इन मार्केटों के अंदर रेट कम होगा। ना किसी इलेक्ट्रॉनिक्स की चीज़ की कीमत कम हुई है, ना किसी और चीज़ की कीमत कम हुई है। यहाँ तो एक शवारमे की कीमत कम नहीं हुई, किसान को ज़िबा करके आप महंगाई कम करने की बात कर रहे हैं। जज़ाकल्लाह सर, बहुत शुक्रिया आपके टाइम का। व्यूअर्स, इधर मुझे ब्रेक लेनी है। सी यू आफ्टर द शॉर्ट ब्रेक। अस्सलाम वालेकुम। चाचू बाहर आ जाओ ज़रा। चाचू इस वेले तो मैं शहबाज़े पाकिस्तान दे फरजंद, जिन्होंने मुस्तकबिले पंजाब ते मुस्तकबिले पाकिस्तान जनाब मियाँ हमजा शहबाज शरीफ कहना, उन्होंने दे मशहूर जेरे अंदरून शहर के दरवाजे, एक दरवाज़ा भाटी गेट भी बाहर आ। मैं तो उन्हों की इतों बाशना खुशबू आ रही है, तो खुशहाली का दौर दौरा भी है। हूँ तो मुतमईन हो, बजट आ गया है ना कर चाचा? कोई मुतमईन नहीं,
30 बच्चे आए थे बैठे 300 रुपया बनया है ਕਿੰਨੇ ਪਰ ਵੱਟੇ ਨੇ 300 रुपया सवेरे 9 बजे आए घर ਤੇ ਕਾਇਦੀਨ ਲਈ ਕੁਰਬਾਨੀਆਂ ਵੀ ਤੇ ਦਿੰਦੇ ਨੇ कोई काली कुर्बानी नहीं है ना ਹਮਜ਼ਾ ਸਾਹਿਬ ਦੀ ਖੁਸ਼ੀ ਲਈ ਮੀਆਂ ਸ਼ਬਾਜ਼ ਦੀ ਖੁਸ਼ੀ ਲਈ ਅਸੀਂ ਇਹਨਾਂ ਨੂੰ ਚਾਹੁੰਦੇ ਹੀ ਨਹੀਂ ਨਾ ਕਰ ਚਾਚਾ ਕੀ ਕਰੇ? ਪਾਰਟੀ ਗੇਟ ਦੇ ਥੱਲੇ ਖੜਾ ਤੂੰ ਅੱਜ ਤੋਂ ਬਾਅਦ ਖਤਮ ਇਹਨਾਂ ਦੀ ਨਾਰਾਜ਼ ਹੋ ਗਏ ਹੋ ਲਵ ਯੂ ਨਹੀਂ ਹੁਣ ਕੋਈ ਲਵ ਯੂ ਨਹੀਂ ਇਹ ਪਾਰਟੀ ਦਰਵਾਜ਼ਾ ਦਿਖਾਓ ਜੀ ਭਾਟੀ ਗੇਟ ਹੈ ਜੀ ਪੰਜਾਬੀ ਕੱਢਣੀ ਇਹਨਾਂ ਨੂੰ ਕਿ ਕਿਉਂ ਨਾ ਗੱਡੀ ਸਾਡੇ ਬੱਚੇ ਭੁੱਖੇ ਬੈਠੇ ਨੇ ਬੱਚੇ ਭੁੱਖੇ ਬੈਠੇ ਨੇ ਭੁੱਖੇ ਬੈਠੇ ਨੇ। ਕੀ ਕਰੀਏ 300 ਨੂੰ ਕਿਹੜੇ ਪਾਸੇ ਲੈ ਜਾਈਏ ਖਾਣ ਖਾਈਏ ਸਿਗਰਟ ਪੀਏ ਘਰ ਲੈ ਜਾਈਏ ਕੀ ਕਰੀਏ ਤੇ ਹਮਜ਼ਾ ਸਾਹਿਬ ਨੂੰ ਲਵ ਯੂ ਕਹਦੇ ਹੌਸਲੇ ਦਾ ਕੋਈ love you ਇੱਕ ਦਫਾ ਕਹਿ ਤੇਰੀ ਭੁੱਖ ਕਰ ਖਤਮ ਹੋ ਕੋਈ ਜਾਏਗੀ ਲਵ ਯੂ ਨਹੀਂ ਮੈਂ ਗਾਰੰਟੀ ਦੇਣਾ ਇਹ ਲਵੋ ਆਹੋ ਇੱਕ ਦਫਾ ਉੱਚੀ ਨਾ ਹਮਜ਼ਾ ਲਵ ਯੂ ਦੇਖੀ ਤੇਰੀ ਭੁੱਖ ਖਤਮ ਹੋ ਜਾਣੀ ਬੱਚਿਆਂ ਨੂੰ ਵੀ ਇਹ ਕੰਮ ਤੇ ਲਾ ਦੇ ਹਮਜ਼ਾ ਮੀਆਂ ਸਾਹਿਬ ਲੀਡਰਾਂ ਦੇ ਨਾਰੇ ਮਾਰੋ ਚਾਚੂ ਇਹ ਚਾਰ ਪਿਓ ਪੁੱਤਰ ਕਮਾਉਣ ਵਾਲੇ 1 ਰੁਪਈਏ ਦਾ ਸਾਨੂੰ ਆਸਰਾ ਨਹੀਂ ਖਰਚੇ ਨਹੀਂ ਪੂਰੇ ਹੁੰਦੇ ਬੀਬੀ ਮੇਰੇ ਨੂੰ ਬੈਟਰੀ ਪਈ ਹੈ ਹਾਰਟ ਦੀ ਮਰੀਜ਼ ਪੇਸਮੇਕਰ ਹਾਂਜੀ ਹਾਰਟ ਦੀ ਮਰੀਜ਼ ਹੈ ਬੜੀ ਜ਼ਬਰਦਸਤ ਦਵਾਈ ਜੋ ਕੇ ਬੈਠ ਜਾਂਦਾ ਆ ਤੁਹਾਨੂੰ ਦਿਲ ਦੀ ਗੱਲ ਕਹਿ ਰਿਹਾ ਜਿਹੜੀ ਪੇੜ ਦੇ ਵਿੱਚ ਗੱਲ ਹੈ ਨਾ ਉਹ ਕੱਢ ਲੈਣਾ ਉਹ ਤੇ ਆਪ ਹੀ ਕਹਿ ਰਹੀ ਹੈ ਕਿ ਕੋਈ ਅਸੀਂ ਦਵਾਈਆਂ ਮੁਫਤ ਦੇਵਾਂਗੇ ਆਪੀ ਮਰੀਮ ਕਹਿ ਰਹੀ ਹੈ ਲੈਣਾ 'ਚ ਲੱਗਣਾ ਪੈਂਦਾ ਸਾਰੀ ਦਿਹਾੜੀ ਦਵਾਈ ਫਿਰ ਨਹੀਂ ਮਿਲਦੀ ਕੀ ਕਰੀਏ ਇਹਨਾਂ ਦੀ ਹੁਕਮਣਾ ਨਹੀਂ ਵੇਖੀਏ ਕਿ ਆਪਣੇ ਬੱਚੇ ਵੇਖੀਏ ਦੱਸੋ ਤੁਸੀਂ ਦੱਸੋ ਕੀ ਕਰੀਏ ਕੋਈ ਇਹਨਾਂ ਕੋਲੋਂ ਫੈਜ਼ ਨਹੀਂ ਗਾ ਹੁਣ ਅੰਦਰੋਂ ਆਵਾਜ਼ ਨਹੀਂ ਆਣੀ ਆਈ ਲਵ ਯੂ ਹਮਜ਼ਾ ਕੋਈ ਹੈ ਜੀ ਫੈਜ਼ ਕਿਸੇ ਕੋਲੋਂ ਇਹ ਬੰਦੇ ਨੂੰ ਪੁੱਛੋ। साए थले सब चोर हैं सब चोर हैं क्या कह रहे हैं इस परचम के साए थले सब एक हैं ए तराना बने ने मैं कहंदा नहीं इस परचम के साए थले सब चोर हैं ਇੰਨੀ ਵੱਡੀ ਗੱਲ ਕਿਉਂ ਕਹਿ ਰਹੇ ਹੋ ਹਾਂਜੀ ਇੱਥੇ ਜਿਹੜਾ ਆਂਦਾ ਆਪਣਾ ਢਿੱਡ ਭਰਨ ਆਂਦਾ ਸਾਨੂੰ ਕਿਹੜਾ ਕੋਈ ਦਿੰਦਾ ਇਸ ਸ਼ਹਿਰ ਦਾ ਆ 60 ਕੀ ਕਹਿ ਰਹੇ ਹੋ ਹਮਜ਼ਾ ਤਾਂ ਕੰਪੇਨ ਕਰਨ ਆਇਆ ਅੱਛਾ ਹਾਂਜੀ ਝੰਡਾ ਅੱਗੇ ਆ ਜਾਓ। ਫਿਰਦੇ ਰਹੇ ਅੱਛਾ ਤੁਹਾਨੂੰ ਮਿਲਿਆ ਨਹੀਂ ਮਿਲਿਆ ਕੀ ਉਹ ਠੁਕਿਆ ਨਿਕਲ ਰਹੀ ਚਾਚੂ ਇਹੀ ਤਾਂ ਖੂਬਸੂਰਤੀ ਹੈ ਲੀਡਰਾਂ ਦੀ ਬੜੀ ਵੱਡੀ ਖੂਬਸੂਰਤੀ ਉਹਨਾਂ ਦੇ ਵਿਸਾਲ ਉਹਨਾਂ ਦੀ ਜੁਦਾਈਆਂ ਉਹਨਾਂ ਦੀ ਯਾਦ ਚਿਰੋਣਾ ਉਹਨਾਂ ਦੇ ਨਹੀਂ ਨਾ ਕਰੋ ਕੀ ਕਰੇ? ਲੋਕੀ ਲਵ ਕਰਦੇ ਨੇ ਅੰਦਰ ਸ਼ਹਿਰ ਦੀਆਂ ਨੂੰ ਮਾਰੀਆਂ ਅਗਲਿਆਂ ਨੇ ਉਹ ਮੁੰਡਾ ਵੀ ਮਾਰ ਦਿੱਤਾ ਉਹਨਾਂ ਨੇ ਨਹੀਂ ਵੱਡੀ ਗੱਲ ਨਾ ਕਰੋ ਚਾਚੂ ਅਗਰ ਹਮਜ਼ਾ ਸਾਹਿਬ ਜਾਂ ਕੋਈ ਲੀਡਰ ਤਾਂ ਨਹੀਂ ਮਿਲਦਾ ਨਾ ਇਹ ਵੀ ਖੂਬਸੂਰਤੀ ਹੈ ਜਮਹੂਰੀਅਤ ਦੀ ਕੋਈ ਖੂਬਸੂਰਤੀ ਨਹੀਂ ਕੋਈ ਖੂਬਸੂਰਤੀ ਅਗਰ ਕਿਸੇ ਬੰਦੇ ਨੂੰ ਖਿਲਾ ਕੇ ਪੁੱਛ ਲਓ ਹਰ ਬੰਦਾ ਦੁਖੀ ਹੈ आप ये क्यों कह रहे हैं इस परचम के साए तले अगली बात तो नहीं मैं करूंगा आगे आ जाए ਇੱਥੇ ਜਿਹੜਾ ਵੀ ਆਇਆ ਹੈ, ਹਰ ਕੋਈ ਬੰਦਾ ਕੋਈ ਸਾਡੇ ਗਰੀਬਾਂ ਦਾ ਕਦੀ ਕਿਸੇ ਨੇ ਨਹੀਂ ਸੋਚਿਆ ਕਿ ਇਹਨੇ ਰੋਟੀ ਖਾਧੀ ਹੈ ਨਹੀਂ ਖਾਧੀ ਇਹਨੇ ਸਵੇਰ ਨੂੰ ਨਾਸ਼ਤਾ ਕੀਤਾ ਜਾਂ ਨਹੀਂ ਕੀਤਾ ਕੰਮ ਤੇ ਨਿਕਲਿਆ ਦਿਹਾੜੀ ਲਾਈ ਹੈ ਨਹੀਂ ਲਾਈ ਘਰ ਗਏ ਬੱਚਿਆਂ ਨੂੰ ਇਹੀ ਪਤਾ ਕਿ ਦਿਹਾੜੀ ਲਾ ਨਿਕਲੇ ਤੇ ਘਰ ਆਨੇ ਬੇ ਬੁੱਢੀ ਵੀ ਰੋ ਰਹੀ ਹੈ ਅੱਗੇ ਬੱਚੇ ਵੀ ਇਹ ਤੇ ਬਜਟ ਖੁਸ਼ਹਾਲੀ ਲੈ ਆਇਆ ਹੈ ਨਾ ਕਿਹੜੀ ਖੁਸ਼ਹਾਲੀ ਲੈ ਕੇ ਆਏ 14 ਰੁਪਏ ਦੀ ਰੋਟੀ ਲੈ ਆਏ ਪੰਜੀ ਦਾ ਨਾਂ ਲੈ ਕਿਹੜੀ ਖੁਸ਼ਹਾਲੀ ਆਵੇ की कह रहे हो ਜੋ ਹੋਵੇ ਕੋ ਕਿੰਨਾ ਮਹਿੰਗਾ ਹੋ ਗਿਆ ਸਭ ਤੋਂ ਪਹਿਲੇ 500 ਦੇ ਵਿੱਚ ਹਾਂਡੀ ਪੱਕ ਜਾਂਦੀ ਹੁੰਦੀ ਸੀ ਹੁਣ 500 ਦੇ ਕੀ ਹੁਣ ਪਹਿਲੇ 600 ਦਾ ਪਹਿਲੇ ਘਿਓ ਲਈਏ ਤੇ ਫਿਰ ਰੋਟੀ ਫਿਰ ਹਾਂਡੀ ਦਾ ਸੋਚੀਏ ਤੇ ਫਿਰ ਅਸੀਂ ਚੁੱਲ੍ਹੇ ਦਾ ਗੈਸ ਦਾ ਸੋਚੀਏ ਇਹ ਸੋਚਣਾ ਪੈਂਦਾ ਕਿਰਾਇਆ ਸੋਚੀਏ ਬਿੱਲ ਸੋਚੀਏ ਕੀ 50 ਰੁਪਏ ਬਿੱਲ ਤਾਰਿਆ ਬਿਜਲੀ ਦਾ ਕਿਹੜੇ ਭੈਣ ਭਰਾ ਨੂੰ ਠੱਗ ਕੇ ਲਿਆਉਂਦਾ ਹਰ ਬੰਦਾ ਰੋਂਦਾ ਪਏ ਅਸੀਂ ਵੀ ਰੋਨੇ ਪਏ ਅਸੀਂ ਸ਼ਹਿਰਦਾਰ ਆ ਭਾਟੀ ਅੰਦਰ ਦੇ ਰਹਿਸ਼ੀ ਆ ਤੇ ਭਾਟੀ ਜੀ ਤਾਂ ਨੂਨ ਲੀਗ ਦੀ ਇਸ਼ਕ ਆਸ਼ਿਕ ਰਹਿੰਦੇ ਨੇ ਬੜੇ ਬੜੇ ਆਸ਼ਕ ਨੇ ਸਭ ਆਸ਼ਕ ਆਪਣੇ ਅਮਰੀਕਾ ਤੋਂ ਲਾਜ ਹੁੰਦੇ ਨੇ ਉਹਨੂੰ ਸਟੱਡ ਪੈਣੇ ਨੇ 8 ਮਹੀਨੇ ਹੋ ਗਏ ਨੇ ਨਹੀਂ ਪਾਉਂਦੇ ਪਏ ਕਰਨ ਮੇਰਾ ਕੋਈ ਸੋਚਣਾ ਕਿੰਨਾ ਇਸ਼ਕ ਸੀ ਮੇਰਾ ਇਹ ਵੀ ਉਦੋਂ ਦੇ ਸਾਡੇ ਨਾਲ ਚੱਲਦੇ ਪਏ ਨੇ ਕਿੰਨਾ ਇਸ਼ਕ ਸੀ ਇਹਨਾਂ ਨਾਲ ਤੁਸੀਂ ਇਸ ਚੀਜ਼ ਦੇ ਹਲਫ ਦੋਗੇ ਕਿ ਜਦੋਂ व्यूअर्स ये मैं अक्सर 5-6 साल से सड़कों में हूँ ये भाई का आज से साल पहले मैंने तकरीबन गड़ी शो में इंटरव्यू लिया था और ये मुझे नज़र आते रहते हैं अंदरून शहर ही आज मैं हूँ ਉਹਨੂੰ ਸਟੰਟ ਹੀ ਨਹੀਂ ਪਿਆ ਤੇ ਇਸ਼ਕ ਮੁੱਕ ਗਿਆ ਜੇ ਇਹ ਭਾਈ ਮੁੱਕ ਗਿਆ ਮੈਂ ਮਰ ਗਿਆ ਤੇ ਮੈਂ ਆਪਣੀ ਕਮਾਣੀ ਤੇ ਆਪਣੀ ਖਾਣੀ ਹੈ ਮੰਨਣਾ ਕਿਹੜਾ ਸੌਖਾ ਹੈ ਮੁਲਕ ਦੇ ਵਿੱਚ 4 ਲੱਖ ਰੁਪਇਆ ਲਾਉਣਾ ਵਾਸਤੇ ਵੀ ਲੱਖ ਰੁਪਏ ਭਾਜੀ ਉਹ ਮੈਂ ਪੁੱਛਿਆ ਉਹਨਾਂ ਨੂੰ ਸਟੱਡ ਪਾਉਣੇ ਨੇ ਕਹਿੰਦੇ ਜੀ 10 ਲੱਖ ਰੁਪਏ ਲੱਗੇਗਾ ਹਾਂ ਤੇ ਕਿੱਥੇ ਜਾਵੇ 10 ਲੱਖ ਹੋਵੇ ਤਾਂ ਭਾਜੀ ਮੈਂ ਕੋਈ 2 ਮਰਲਾ ਜ਼ਮੀਨ ਨਾ ਲੈ ਲਵਾਂ ਮੇਰਾ ਕੋਈ ਸੋਚਣ ਨਾ ਨਾ ਕੱਢੋ ਅਸਲਾਮ ਵਾਲੇਕੁਮ ਬਜਟ ਆਇਆ ਥੈਂਕ ਯੂ ਬੋਲੋ ਨੂਨ ਲੀਗ ਨੂੰ ਪੀਪਲਸ ਪਾਰਟੀ ਨੂੰ ਜਾਣਦੇ ਖੁਦਾ ਦਾ ਕਿਤੇ ਨਾਲ ਲੈ ਰਹੇ ਨਾ ਕਰ ਯਾਰ ਨਾ ਕਰ ਐ ਮੈਂ ਪਾਰਟੀ ਹੈ ਗਮਜ਼ਾ ਸਾਹਿਬ ਦੇ ਹਲਕੇ ਚ ਹੈਗਾ ਹੈ ਪਾਰਟੀ ਹੈਗਾ ਕੀ ਪਾਰਟੀ ਨੂੰ ਪਾਰਟੀ ਗੇਟ ਇਹ ਨੂਨ ਲੀਗ ਦਾ ਗਾੜ ਹੈ ਇਹ ਨੂਨ ਲੀਗ ਦਾ ਗਾੜ ਹੈ ਆਪਣਾ
ਬੰਦੇ ਭੁੱਖੇ ਮਰਦੇ ਪਏ ਨੇ ਵਧਾਈ ਜਾ ਰਿਹਾ ਹਰ ਚੀਜ਼ ਦਾ। ਇੱਧਰ ਆਓ ਉਹ ਤਸਵੀਰ ਵੇਖ ਕੇ ਕਹਿ ਸਕਦੇ ਹੋ ਮੁਹੱਬਤਾਂ ਜਾਗ ਗਈਆਂ ਨੇ। ਕੈਮਰਾਮੈਨ ਸਾਹਿਬ ਦਿਖਾएं ਜ਼ਰਾ। ਮੈਂ ਇਸ ਤਰ੍ਹਾਂ ਮੁਹੱਬਤਾਂ ਜਗਾਤ ਹੁਣ ਪੁਰਾਣੀ ਮੁਹੱਬਤਾਂ ਨਹੀਂ ਜਾਗੀਆਂ। ਉਹ ਨਹੀਂ ਯਾਰ ਹਮਜ਼ਾ ਸਾਹਿਬ ਨਾਲ ਲਵ ਕੀਤਾ ਤੁਸੀਂ ਸਭ ਨੇ। ਛੱਡਦੇ ਕਿਹੋ ਜਿਹੇ ਬੰਦੇ ਦਾ ਨਾਂ ਲੈ ਰਿਹਾ, ਸਹੀ ਬੰਦੇ ਦਾ ਨਾਂ ਲੈ। ਜਿਹੜਾ ਸਹੀ ਬੰਦਾ ਉਹਨੂੰ ਅੰਦਰ ਬੰਦ ਕੀਤਾ ਹੈ। ਕਿਉਂ ਬੰਦ ਕੀਤਾ ਹੈ? ਕੀ ਵਜ੍ਹਾ ਹੈ? ਉਹਨੇ ਘੜੀ ਚੋਰੀ ਕੀਤੀ ਏ, ਘੜੀ ਚੋਰੀ ਕੀਤੀ ਕਿੱਦਾਂ ਚ ਨਿਕਾਹ ਕੀਤਾ। ਕਰੋੜ ਰੁਪਏ ਦੀ ਗੱਡੀਆਂ ਚੋਰੀਆਂ ਕੀਤੀਆਂ ਨੇ, ਉਹਦਾ ਕੋਈ ਹਿਸਾਬ ਨਹੀਂ। ਇਹ ਖਿਦਮਤਾਂ ਵੀ ਤੇ ਕਰ ਰਹੇ ਨੇ। ਉਹਨੇ ਘੜੀ ਚੋਰੀ ਕੀਤੀ ਤੇ ਜਿਹੜੇ ਇਹ ਕਰਦੇ ਪਏ ਨੇ, ਇਹ ਕੀ ਕਰਦੇ ਪਏ ਨੇ? ਇਹ ਕੀ ਕਰਦੇ ਪਏ ਨੇ? ਕਿਉਂ? ਘੜੀ ਚੋਰੀ ਕੀਤੀ ਨੇ ਬਲਾਲ ਭਾਈ ਕਹਿ ਰਹੇ ਉਹ ਤੇ ਮੈਂ ਵੀ ਤੇ ਕਹਿ ਰਿਹਾ ਹਾਂ ਨਾ, ਘੜੀ ਚੋਰੀ ਕੀਤੀ। ਕਿਹੜੀ ਚੋਰੀ ਕੀਤੀ? ਕੋਈ ਚੋਰੀ ਨਹੀਂ ਕੀਤੀ ਹੈ। ਬਿਲਕੁਲ ਸਹੀ। ਚਾਚੂ ਬਜਟ ਆਇਆ ਖੁਸ਼ਹਾਲੀ। ਥੈਂਕ ਯੂ ਬੋਲੋ ਨੂਨ ਲੀਗ ਨੂੰ। ਥੈਂਕ ਯੂ ਬਲਾਵਲ ਨੂੰ ਤੇ ਨੂਨ ਲੀਗ ਨੂੰ। ਕਿਉਂ ਕਿ ਆਵਾਮ ਨੂੰ ਮਾੜੇ ਬੰਦੇ ਨੂੰ ਰਿਲੀਜ਼ ਦਿਓ, ਨਹੀਂ ਤੇ ਕੋਈ ਫਾਇਦਾ ਨਹੀਂ ਕਿਸੇ ਦਾ। ਤੁਸੀਂ ਗੱਲ ਸੁਣੋ ਸਰ, ਇੱਕ ਸੈਕਿੰਡ ਇੱਕ ਸਵਾਲ, ਸਿਰਫ ਇੱਕ ਸਵਾਲ। ਮੈਂ ਪਾਰਟੀ ਗੇਟ ਤੇ ਦਰਵਾਜ਼ੇ 'ਚ ਖੜਾ, ਮੈਨੂੰ ਤਾਂ ਉਮੀਦ ਸੀ ਇੱਥੇ ਥੈਂਕ ਯੂ ਦੀ ਸ਼ੁਕਰੀਆ ਦੀ ਆਵਾਜ਼ ਆਏਗੀ। ਆਪੀ ਮਰੀਮ ਸ਼ੁਕਰੀਆ, ਮੀਆਂ ਸਾਹਿਬ ਸ਼ੁਕਰੀਆ। ਤੁਸੀਂ ਸਭ ਨਾਲ ਸ਼ੁਕਰੇ ਨਹੀਂ ਹੋਗੇ, ਬੁਰਾ ਨਾ ਮੰਨਣਾ। ਨਹੀਂ ਭਾਈ, ਸਭ ਚੋਰ ਹੀ ਨੇ। ਬਜਟ ਆ ਗਿਆ ਹੈ। बजट आ गया ਹਾਂਜੀ ਹੁਣ ਤੇ ਖੁਸ਼ਹਾਲੀ ਆ ਗਈ ਏ। और को कसर हैगी तो बजट वाले ने पूरी कर दी, बाकी उन्होंने कहा थोड़ी देर होर ठहर जाओ, ਜਿਹੜੇ ਕੋਈ ਤੁਹਾਨੂੰ ਰੋਟੀ ਮਿਲ ਰਹੀ ਉਹ ਬੰਦ ਕਰ ਦਿੰਦੇ ਆ ਤੁਹਾਡੇ। ਸਰ ਆਪੀ ਮਰੀਮ ਨੇ ਸ਼ੁਕਰੀਆ ਅਦਾ ਕੀਤਾ ਨਵਾਜ਼ ਸ਼ਰੀਫ ਦਾ, ਕਹਿਣਾ ਇਮਾਮ ਦੋਸਤ ਬਜਟ ਦਿੱਤਾ ਹੈ। ਮੈਂ ਹਾਲੇ ਨਮਾਜ਼ ਪੜ੍ਹ ਕੇ ਵਜ਼ੂ ਕਰਕੇ ਆਇਆ ਤੇ ਮੈਂ ਉਹਨੂੰ ਨਾ ਹੁਣੇ 3700 ਪਹਿਲਾਂ ਗਾਲ ਕੱਢਣੀ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਇਸਤਕਬਾਲ ਕਰਨਾ। ਤੁਸੀਂ ਨਮਾਜ਼ ਪੜ੍ਹ ਕੇ ਵਜ਼ੂ ਕਰਕੇ ਆਏ, ਤੁਸੀਂ ਮਨ ਹੀ ਮਨ 'ਚ ਪਿਆਰ ਨਹੀਂ ਕਰਦੇ ਮੀਆਂ ਨੂੰ? ਹਮਜ਼ਾ ਸਾਹਿਬ ਨੂੰ ਲਵ ਨਹੀਂ ਕਰਦੇ? ਦੱਸੋ ਹੁਣ, ਲਵ ਨਹੀਂ ਕਰਦੇ ਮੀਆਂ ਸਾਹਿਬ ਨੂੰ ਮਨ ਹੀ ਮਨ 'ਚ? ਜਿਹੜੀ ਸ਼ਾਇਦ ਉਹਨਾਂ ਨੇ ਪਚੜ ਤੇ ਤੁਸੀਂ ਲਵ ਕਰਦੇ ਹੋ? ਮਹਿੰਗਾ ਫਲਾਣੀ ਸ਼ੈ ਉਹ ਮਹਿੰਗਾ ਸਰ, ਜਿਹੜਾ ਮਹਿਬੂਬ ਵਫਾ ਕਰੇ ਜਫਾ ਕਰੇ, ਮਹਿਬੂਬ ਤੁਸੀਂ ਲਵ ਕਰਦੇ ਹੋ ਨਾ ਇੱਧਰੋਂ? ਇਹ ਦੱਸੋ। ਉਹ ਸਬਦਰ ਕਰਦਾ, ਉਹ ਪਹਾੜੀਆਂ ਵਾਲਾ ਮੀਆਂ ਸਬਦਰ ਸਾਹਿਬ ਨੂੰ, ਮੀਆਂ ਸਾਹਿਬ ਨੂੰ। ਉਹਨੇ ਜਵਾਬ ਦੇਤਾ ਸਬਦਰ ਨੇ, ਉਹਨੇ ਕਿਹਾ ਇਹਨੂੰ ਪਰਾਂ ਲੈ ਜਾਵੋ। ਮੀਆਂ ਸਾਹਿਬ ਨੂੰ ਲਵ ਕਰਦੇ ਹੋ ਤੁਸੀਂ? ਮੀਆਂ ਸਾਹਿਬ ਨੂੰ ਅਸੀਂ ਕਿਉਂ ਫੇਰ ਗਾਲਾਂ ਕਢਾਣੀ ਜੇ? ਮੀਆਂ ਸਾਹਿਬ ਨੂੰ ਕੀ ਕਢਾਣਾ ਜੇ? ਮੀਆਂ ਸਾਹਿਬ ਕੋਲੋਂ ਰੋਟੀ ਦੇਣੀ ਸਾਨੂੰ ਆ ਕੇ। ਮੀਆਂ ਸਾਹਿਬ ਨੂੰ ਕੀ ਕਰੀਏ? ਕੋਈ ਸ਼ਹਿਰ ਰਹਿਣ ਦਿੱਤੀ ਨਹੀਂ ਮੀਆਂ ਸਾਹਿਬ ਨੇ, ਹਾਲੇ ਵੀ ਉੱਥੇ ਹੀ ਹੈ। ਮਹਿੰਗਾਈ ਦੇ ਤੇ ਮਹਿੰਗਾਈ ਕਰਕੇ ਤੇ ਆਏ ਨੇ ਤੇ ਮੁੜ ਕੇ ਉਸ ਤੋਂ ਬਾਅਦ ਕੀ ਹਾਲ ਕਰ ਦਿੱਤਾ ਨੇ? ਪਾਕਿਸਤਾਨ ਡਿਫਾਲਟਰ ਹੋਣ ਤੋਂ ਬਚਾਇਆ ਚਾਚੂ ਕਿੰਨੇ? ਮੀਆਂ ਸਾਹਿਬ ਨੇ। ਨਾ ਮੀਆਂ ਸਾਹਿਬ ਦੇ ਪਿਓ ਨੇ ਬਚਾਇਆ ਤੇ ਨਾ ਸਰਦਾਰੀ ਦੇ ਪਿਓ ਨੇ ਬਚਾਇਆ। ਨਾ ਕਰੋ ਚਾਚੂ। ਜਿਹੜੀ ਗੱਲ ਹੈ ਹਕੀਕਤ ਯਾਰੋ ਕਰੋ ਯਾਰ, ਕਿਉਂ ਨਹੀਂ ਕਰ ਰਹੇ ਪਏ? ਵਾਮ ਮਰ ਚਲੀਏ, ਕੋ ਮਗਰ ਕਸਰ ਛੱਡੀ ਇਹਨਾਂ ਨੇ। ਥੋੜਾ ਜਾ ਕੀ ਕਸਰ ਛੱਡਣੀ? ਕੀ ਕਰਦੇ ਹੋ? ਉਹ ਇੱਕ ਪਾਸੇ ਬਲਾਵਲ ਦਾ ਸਰਦਾਰੀ, ਉਹ ਕਹਿੰਦਾ ਮੈਂ ਸ਼ਬਾਜ਼ ਸ਼ਰੀਫ ਨੂੰ ਮੋਹਦਾ ਕਰ ਲਿਆ ਪਚੜ ਦਾ। ਉਧਰ ਬਲਾਵਲ ਬੈਠ ਕੇ ਵੱਖਰਾ ਹੋ ਕੇ ਕਹਿ ਰਿਹਾ ਕੁਝ ਨਹੀਂ ਹੋਇਆ, ਹਾਲੇ ਕੁਝ ਨਹੀਂ ਹੋਇਆ ਤੇ ਵਾਮ ਤੋਂ ਪੀਸੀ ਜਾ ਰਹੀ ਹੈ। ਹਾਲੇ ਕੋ ਤੁਹਾਨੂੰ ਕੋ ਮਗਰ ਹੈਗੀ ਕੋਈ ਜਿਹੜੀ ਤੁਹਾਨੂੰ ਦੱਸੀ ਹੋਰ ਗੱਲ, ਮਗਰ ਕੀ ਕੱਢੀਏ ਹੋਰ ਇਹਦੇ ਚੋਂ? ਤੇ ਸ਼ਾਮ ਸਵੇਰੇ ਰਾਤ ਦਿਨ ਇਹ ਨੂਨ ਲੀਗ ਤੇ ਪੀਪਲ ਪਾਰਟੀ ਕਿਹਦੇ ਲਈ ਕੰਮ ਕਰ ਰਹੇ ਨੇ? ਤੁਹਾਡੇ ਮੇਰੇ ਲਈ ਕਰ ਰਹੇ ਨੇ। ਇਹ ਕਿੱਥੋਂ ਆਏ ਨੇ? ਸਾਡੇ ਚੋਂ ਆਏ ਨੇ। ਮਰੀਮ ਨੂੰ ਕਹੇ ਆਪਣੇ ਪਿਓ ਦੀ ਤੇ ਆਏ ਕਿ ਚੇਅਰਮੈਨ ਦੀ ਸੀਟ ਜਿੱਤ ਕੇ ਸਾਨੂੰ ਆ। ਕਿਹੜੀ ਸੀਟ ਜਿੱਤ ਗਈ ਹੈ ਮਰੀਮ? ਨਵਾਜ਼ ਸ਼ਰੀਫ ਨੇ ਕਿਹਾ ਇੱਕ ਸੀਟ ਤੇ ਹਲਕਾ ਜਿਹੜਾ ਨਾ ਉਹ ਖਿਲਾ ਦੇ ਬਸ। ਪਾਕਿਸਤਾਨ ਦਾ ਨਵਾਜ਼ ਸ਼ਰੀਫ ਨੂੰ ਕਹੋ ਜੋ ਜਿੱਤਿਆ ਹੈਗਾ ਨਾ ਤੇ ਅਸੀਂ ਕੰਨ ਲਵਾ ਦਿਆਂਗੇ ਵਾਮ। ਕਿਹੜਾ ਨਵਾਜ਼ ਸ਼ਰੀਫ ਜਿੱਤ ਕੇ ਆਇਆ ਹੈ? ਕੌਣ ਕਹਿੰਦਾ? ਕਿਹੜੀ ਨੂਨ ਲੀਗ ਜਿੱਤ ਕੇ ਆਈ ਹੈ? ਕਿਹੜੀ ਪੀਪਲ ਪਾਰਟੀ ਜਿੱਤ ਕੇ ਆਈ ਹੈ? ਉਹਨਾਂ ਨੂੰ ਫਿਰ ਚੋਰਾਂ ਨੂੰ ਲੈ ਜੇ ਐਮਕੇਐਮ ਨੂੰ ਉਹ ਇਹ ਲਿਆਏ ਨੇ। ਇਹ ਜਿਹੜਾ ਸਾਡੇ ਤੇ ਬੈਠਾ ਉਹ ਖੁਦਾ ਦਾ ਵਾਸਤਾ ਜੇ ਨਾ ਕਰੋ। ਉਹਨਾਂ ਨੂੰ ਜਿਹੜੇ ਜਿੱਤ ਗਏ ਇਹਨਾਂ ਨੂੰ ਚੇਅਰਮੈਨ ਦਾ ਇਲੈਕਸ਼ਨ ਨਹੀਂ ਜਿੱਤੇ ਤੁਹਾਨੂੰ ਐਮਐਨ ਦਾ ਜਿਤਾਤਾ ਜੇ। ਉਹ ਐਮਕੇਐਮ ਨੂੰ ਕੋਈ ਯਾਰ ਖੁਦਾ ਦਾ ਖੌਫ ਕਰੋ ਯਾਰ। ਕੋਈ ਨਹੀਂ ਤੁਹਾਨੂੰ ਯਾਰ ਕੀ ਹਾਲ ਆ ਰਿਹਾ? ਕਿਹੜੀ ਇੱਕ ਸੀਟ ਖਿਲਾ ਦਿਓ ਨਹੀਂ ਨਵਾਜ਼ ਸ਼ਰੀਫ ਵਾਲੀ? ਉਹ ਜਿੱਤੀ ਹੋਈ ਏ। ਉਹ ਨਾ ਰੱਬ ਦੀ ਕਸਮ ਨਹੀਂ ਜਿੱਤੀ। ਬਜਟ ਤੋਂ ਉਮੀਦ ਹੈਗੀ ਹੈ ਤੁਹਾਨੂੰ ਕੋਈ ਹੁਣ ਗੁਰਬਤ ਮੁੱਕੇਗੀ? ਗੱਲ ਮੁਕਾਓ। ਐ ਨਹੀਂ ਕਰ ਸਕਦੇ, ਅੱਲਾ ਦੇ ਹੁਕਮ ਨਾਲ ਕਦੀ ਵੀ ਨਹੀਂ ਕਰਨਗੇ। ਨਹੀਂ ਤਾਕਤ ਹੈਗੀ। ਐ ਤੇ ਉਹਨਾਂ ਦੇ ਪਿੱਠੂ ਨੇ, ਅਮਰੀਕਾ ਦੇ ਯਹੂਦੀਆਂ ਦੇ ਪਿੱਠੂ ਨੇ ਸਾਰੇ ਹੀ। ਨਵਾਜ਼ ਸ਼ਰੀਫ ਆਈਐਮਐਫ ਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਿਹਾ ਇਸ ਦਫਾ। ਗੁੱਸੇ 'ਚ ਹੈਗੇ ਨੇ ਵੱਡੇ ਨੇ ਕੱਪੜੇ ਲਾ ਕੇ ਤਲਾਸ਼ੀ ਦੇ ਕੇ ਜਾਂਦੇ ਸੀ ਯੂਰਪ ਦੇ ਵਿੱਚ। ਕਿਹੜੇ ਤੁਸੀਂ ਕਹਿ ਰਹੇ ਅੱਖਾਂ ਚੱਖਾਂ ਪਾ ਕੇ ਗੱਲ ਕਰਦਾ? ਕੋਈ ਗੱਲ ਕਰੋ ਕਰਨ ਵਾਲੀ। ਭਰਾ ਕਹਿ ਰਿਹਾ ਮੀਆਂ ਸਾਹਿਬ ਬੜੇ ਗੁੱਸੇ 'ਚ ਨੇ ਅੱਜ ਕੱਲ। ਕਿਹੜਾ ਕਹਿੰਦਾ? ਉਹ ਨੂਨ ਲੀਗ ਦਾ ਕਹਿੰਦਾ ਮੀਆਂ ਸਾਹਿਬ ਬੜੇ ਗੁੱਸੇ 'ਚ ਨੇ, ਹੁਣ ਫੈਸਲੇ ਹੋਣਗੇ ਪਾਕਿਸਤਾਨ ਦੀ ਖੁਦਦਾਰੀ ਲਈ। ਹੁਣ ਤੂੰ ਤਲਾਸ਼ੀ ਦੇ ਕੇ ਨਹੀਂ ਜਾਏਗਾ ਉੱਥੇ ਜਿੱਥੇ ਕੱਪੜੇ ਨੂੰ ਕਹਿੰਦੇ ਤਲਾਸ਼ੀ ਤੇ ਫਿਰ ਅੰਦਰ ਐਂਟਰਸ ਹੋਈ। ਉਹੀ ਨਵਾਜ਼ ਸ਼ਰੀਫ ਹੈ, ਉਹੀ ਸਰਦਾਰੀ ਹੈ ਚੋਰ ਜਿਹੜਾ 20 ਘੰਟੇ ਲੈ ਅੱਜ ਵੀ ਲੈਟ ਜਾ ਰਹੀ ਹੈ ਉੱਥੇ ਸਿੰਧ ਦੇ ਵਿੱਚ। ਉਹਨੇ ਕਿਹਾ ਚੋਰਾ ਛੱਡ ਦੇ, ਇਹ ਮੁਸਲਮਾਨੋ ਨਵਾਜ਼ ਸ਼ਰੀਫ ਸਰਦਾਰੀ ਹੋਇਆ ਜਿਹਨੇ 8 ਦੇ ਵਿੱਚ ਆਇਆ। ਸ਼ੀਡਿੰਗ ਨੇ ਨਵਾਜ਼ ਸ਼ਰੀਫ ਨੇ ਖਤਮ ਕੀਤੀ ਸੀ। ਇੱਥੇ 13-14 ਘੰਟੇ ਦੀ ਲੋਡ ਸ਼ੀਡਿੰਗ ਸੀ, ਕੀਤੀ ਉਹਨੇ ਖਤਮ। ਕੀਤੀ ਹੈ ਕੰਮ ਹੋ ਰਹੇ ਨੇ।
ਕਿਹੜੇ ਕੰਮ ਹੋ ਰਹੇ ਨੇ ਦੱਸੋ। ਕਈ ਕੰਮ ਹੈ ਵੇਖੋ ਗਲੀਆਂ ਮਹੱਲੇ ਬਣੇ ਨੇ ਹੁਣ ਅੰਦਰ ਇਹ ਲਾਈਟਾਂ ਲਵਾਈਆਂ 5-5000 ਦੀਆਂ। ਜ਼ਿੰਦਗੀ ਦਾ ਮਕਸਦ ਲਾਈਟਾਂ ਲਵਾਉਣਾ ਨੇ ਨਹੀਂ ਬਜਟ ਕੀ ਦੇਗਾ? ਸੜਕਾਂ ਤੇ ਬਣ ਗਏ, ਸੜਕਾਂ ਹੀ ਬਣ ਗਈਆਂ ਨੇ। ਖਾਣੀਆਂ ਨਹੀਂ ਕਿਸੇ ਨੇ, ਕੀ ਕਹਿ ਰਹੇ ਹੋ? ਲੈਟਾਂ ਖਾਣੀਆਂ ਨਹੀਂ, ਖਾਣ ਨੂੰ ਇਹ ਦੇਣ। ਸਾਰਾ ਸੁਣੋ। ਸਾਰਾ ਬੀਜਿਆ ਕਿਹਦਾ ਹੈਗਾ? ਇਹ ਕਿੰਨੇ ਸਭ ਤੋਂ ਪਹਿਲੇ ਮਹਿੰਗਾਈ ਕੀਤੀ ਹੈ? ਇਹਨੂੰ ਤੇ ਪੁੱਛੋ ਜ਼ਰਾ ਖਾਨ ਸਾਹਿਬ ਕੀ ਕਰ ਗਏ ਸੀ? ਮੈਨੂੰ ਇਹ ਦੱਸੋ ਬਜਟ ਤੁਹਾਡੀ ਗੁਰਬਤ ਕਿਸ ਤਰ੍ਹਾਂ ਮੁਕਾਏਗਾ? ਇਹ ਦੱਸੋ, ਗੱਲ ਮੁਕਾਓ। ਖਾਨ ਕੀ ਕਰ ਗਿਆ, ਉਹ ਕੀ ਕਰ ਗਿਆ, ਛੱਡੋ ਮਾਰ। ਬਜਟ ਤੇ ਤਾਂ ਹੀ ਹੈ ਨਾ, ਇਹਨਾਂ ਨੂੰ ਚਾਹੀਦਾ ਆਵਾਮ ਦੀ ਸੋਚਣਾ ਕਿ ਆਵਾਮ ਨੂੰ ਲਵੀਜ਼ ਦੇਣਾ ਕਿ ਵੀ ਗਰੀਬ ਆਦਮੀ ਕਿਸ ਤਰ੍ਹਾਂ ਪਿਸ ਰਿਹਾ, ਕਿਸ ਤਰ੍ਹਾਂ ਇਹਨਾਂ ਨੂੰ ਬਿੱਲ ਘੱਟ ਕਰਨੇ ਚਾਹੀਦੇ ਨੇ, ਬਿਜਲੀ ਗੈਸ। ਉਹ ਗਰੀਬ ਆਦਮੀ ਪਿਸ ਰਿਹਾ ਇਸ ਲਈ। ਭਾਜੀ ਮੇਰਾ 34000 ਬਿੱਲ ਆਇਆ, ਮੇਰੇ ਕੋਲ ਪੁੱਛੋ, ਮੈਂ ਹਲਫ ਦੇਣਾ ਮਸਜਿਦ 'ਚ ਜਾ ਕੇ, ਕੁਰਾਨ ਦੇ ਉੱਤੇ ਹਲਫ ਦੇਣਾ ਵਾ। 34000 ਰੁਪਏ ਮੇਰਾ ਬਿੱਲ ਆਇਆ। ਕਿਉਂਕਿ ਦੇਖੋ ਇੰਡੀਆ ਉਹ ਇੱਕ ਹਿੰਦੂ ਹੈ, ਉਹਨਾਂ ਨੇ 300 ਯੂਨਿਟ ਫ੍ਰੀ ਕੀਤਾ ਹੈ ਪੂਰੇ ਉਹ ਇੱਥੇ ਤੁਸੀਂ ਤਾਂ ਵਾਅਦਾ ਕਰਕੇ ਗਏ ਹੋ। ਤੁਸੀਂ ਮੇਰੇ ਕਾਇਦ ਨੇ, ਮੈਂ ਨੂਨ ਲੀਗ ਦਾ 40 ਸਾਲ ਤੋਂ, ਮੇਰਾ ਨਾਮ ਸੁਹੇਲ ਬਾਠੇ। ਉਹ ਤੁਸੀਂ ਵੀ ਕੋਈ ਇਹੋ ਜਿਹਾ ਕੰਮ ਕਰਦੇ ਹੋ ਕਿ ਸਾਰੀ ਦੁਨੀਆ ਇੱਕ ਵਾਰੀ ਯਾਦ ਕਰੇ। ਜੇ ਤੁਸੀਂ ਕਿਹਾ 200 ਯੂਨਿਟ ਫ੍ਰੀ ਤੇ ਕਰ ਦਿਓ ਇੱਕ ਵਾਰੀ, ਤਾਂ ਦੁਨੀਆ ਨੂੰ ਪਤਾ ਲੱਗੇ। ਆਟਾ 2800 ਰੁਪਏ ਦਾ ਤੋੜਾ ਸੀ, ਇਸ ਲਈ 1600 ਰੁਪਏ ਦਾ ਮਿਲਦਾ ਪਿਆ। ਚਾਚੂ ਇਹ ਆਟੇ ਤੋਂ ਇਲਾਵਾ ਕਿਸਾਨ ਰੋ ਰਿਹਾ, ਇਹਨਾਂ ਨੇ ਕੋਈ ਬਿਜਲੀ ਸਸਤੀ ਕੀਤੀ ਹੈ? ਬਟ ਸਾਹਿਬ ਇੱਕ ਗੱਲ ਦੱਸੋ, ਇੱਕ ਸੈਕਿੰਡ ਰੁਕੋ, ਹਾਂ ਜਾਂ ਨਾ ਚ 5-6 ਸਵਾਲਾਂ ਦਾ ਜਵਾਬ ਦੇ ਦਿਓ। ਮੈਨੂੰ ਪਤਾ ਬੱਟ ਬਰਾਦਰੀ ਝੂਠ ਨਹੀਂ ਬੋਲਦੀ। ਗੱਲ ਸੁਣੋ, ਯੈਸ ਔਰ ਨੋ। ਤੁਹਾਡੀ ਤਰਬੀਅਤ ਨਵਾਜ਼ ਸ਼ਰੀਫ ਨੇ ਕੀ ਹੈ, ਤੁਸੀਂ ਝੂਠ ਨਹੀਂ ਬੋਲੋਗੇ। ਬਿਜਲੀ ਸਸਤੀ ਤਰਬੀਅਤ ਨਹੀਂ, ਸਿਆਸੀ ਤਰਬੀਅਤ। ਤਰਬੀਅਤ ਸਾਡੇ ਪਿਓ ਦੀ ਹੈ, ਸਿਆਸੀ ਤਰਬੀਅਤ। ਆਪਣੇ ਪਿਓ ਕੋ ਸਿਆਸਤ ਤੁਸੀਂ ਕਾਇਦ ਕਿਹਾ ਹੈ ਨਾ? ਬਿਲਕੁਲ। ਤੇ ਕਾਇਦ ਨਵਾਜ਼ ਸ਼ਰੀਫ, ਬਿਜਲੀ ਸਸਤੀ ਹੋਈ, ਯੈਸ ਔਰ ਨੋ? ਨਹੀਂ, ਬਿਜਲੀ ਸਸਤੀ ਹੋਣੀ ਚਾਹੀਦੀ ਹੈ। ਹੋਈ? ਨਹੀਂ ਯੈਸ ਔਰ ਬਿਜਲੀ ਸਸਤੀ ਹੋਈ? ਪਿੱਛੇ ਜੇ ਨਹੀਂ ਹੈ ਸਸਤੀ, ਠੀਕ ਹੈ, ਪੈਟਰੋਲ ਨਹੀਂ ਸਸਤਾ ਹੈ। ਪੈਟਰੋਲ ਦੁਬਾਰਾ ਪੈਟਰੋਲੀਅਮ ਡਿਵੈਲਪਮੈਂਟ ਲੈਵੀ 60 ਤੋਂ 80 ਕਰਤਾ, ਤੁਹਾਨੂੰ ਨਹੀਂ ਪਤਾ ਕਿ ਉਹ ਵੀ ਮਹਿੰਗਾ ਹੋਣ ਜਾ ਰਿਹਾ। ਦਵਾਈਆਂ ਸਸਤੀ ਹੋਈਆਂ। ਹੁਣ ਤੁਸੀਂ ਇਹ ਕਣਕ ਦਾ ਕਹਿ ਰਹੇ ਹੋ, ਮਰੀਮ ਨੇ ਕਿਹਾ ਨਾ ਦਵਾਈਆਂ ਵੀ ਸਸਤੀਆਂ ਹੋਣਗੀਆਂ, ਕਿ ਡਾਕਟਰਾਂ ਨੂੰ ਵੀ ਰਿਆਇਤ ਨਹੀਂ ਮਿਲੇਗੀ। ਉਹ ਚਾਚਾ ਕਿਹੜੀ ਦਵਾਈਆਂ ਸਸਤੀਆਂ ਕਰਾ ਰਹੇ ਆ ਤੂੰ? ਚਾਚਾ ਮੈਂ ਲੈ ਕੇ ਆਇਆ ਦਵਾਈਆਂ, ਆਪਣੀ ਹਾਰਟ ਦਾ ਪੇਸ਼ੈਂਟ ਆ। ਓਏ ਆਹ ਹੁਣ ਫ੍ਰੀ ਕਰਨ ਲੱਗੇ ਨਾ, ਜਿਹੜੀ 1600 ਰੁਪਏ ਦੀ ਲੈਂਦੇ ਸੀ ਨਾ, ਉਹ ਇਸ ਟਾਈਮ 2800 ਦੀ ਕਰ ਗਿਆ ਸੀ। ਇਹ ਵੀ ਦੱਸੋ ਨਾ, ਬੰਦ ਕੌਣ ਕਰ ਗਿਆ? ਬੰਦ ਉਹ ਤਾਂ ਹੁਣ ਤੇ ਤੇ ਇਹਨਾਂ ਦੇ ਕਿਹੜੇ ਬੇਲ ਨੇ ਚਬਾਈਆਂ ਜਿਹੜੀ ਫ੍ਰੀ ਨਹੀਂ ਕਰ ਸਕਦੇ? ਪੀਡੀਐਮ ਕਹਿ ਤੇ ਰਹੇ ਨੇ ਕਿ ਕਿਦੋਂ ਕਰਨਗੇ ਜਦੋਂ ਪੇਸ਼ੈਂਟ ਮਰ ਜਾਣਗੇ? ਨਹੀਂ ਮੈਂ ਜਿਸ ਲਈ ਜਿਹਦੀ ਜਿਹੜਾ ਮਹਿੰਗਾ ਮੇਕਅਪ ਕਰਦੀ ਉਹ ਜਾਂ 25 ਲੱਖ ਦਾ ਬੈਗ ਪੈਂਦੀ ਹੈਂਡ ਬੈਗ 25 ਲੱਖ ਦਾ। ਮਰਨ ਦੇ ਡੀਜ਼ਲ ਫੇਰ ਆ ਗਿਆ, ਮਗਰ ਇਹਨਾਂ ਕੋ ਰਹਿ ਗਿਆ। ਇੱਕ ਸੈਕਿੰਡ ਹਕੂਮਤ ਵਜ਼ੀਰ ਆਲਾ ਪੰਜਾਬ ਪ੍ਰਵੇਸ਼ ਲਈ ਜ਼ਿੰਦਾਬਾਦ। ਦਵਾਈਆਂ ਫ੍ਰੀ, ਮੈਡੀਕਲ ਫ੍ਰੀ, 112 ਫ੍ਰੀ, ਹਰ ਚੀਜ਼ ਫ੍ਰੀ। ਅੱਛਾ ਤੇ ਲੋਡ ਸ਼ੇਡਿੰਗ ਇੰਨੀ ਹੋ ਰਹੀ ਹੈ, ਰਾਤ ਨੂੰ 3-3 ਵਾਰੀ ਤੇ ਬੱਤੀ ਜਾ ਰਹੀ ਹੈ। ਉਹ ਤੁਹਾਨੂੰ ਖੁਦਾ ਦਾ ਵਾਅਦਾ ਹੀ ਹੈ ਮੀਆਂ ਸਾਹਿਬ, ਤੁਹਾਨੂੰ ਖੁਦਾ ਦਾ ਵਾਅਦਾ ਹੀ ਹੈ। ਉਹ ਸਾਨੂੰ ਗਰੀਬਾਂ ਨੂੰ ਬੱਤੀ ਤੇ ਦੇ ਰਹੇ ਹੋ, ਚਲੋ ਮਹਿੰਗੀ ਕਰ ਰਹੇ ਹੋ, ਕਰੀ ਜਾਓ, ਸਾਨੂੰ ਬੱਤੀ ਤੇ ਦੇ ਰਹੇ ਹੋ। ਤੁਹਾਨੂੰ ਖੁਦਾ ਦਾ ਵਾਅਦਾ ਹੀ ਹੈ, ਸਾਨੂੰ ਬੱਤੀ ਦੇ ਰਹੇ ਹੋ। ਸਰ ਹਮਜ਼ਾ ਸਾਹਿਬ ਲੱਗੇ ਹੋਏ ਨੇ ਇਸ ਕੰਮ ਤੇ। ਬੱਤੀ ਤੇ ਲੱਗੇ ਨੇ। ਇਹ ਸ਼ਮਾਲੀ ਲੋੜ ਚ ਉਹਨਾਂ ਦੀ ਬੜੀ ਬੱਤੀ ਟੈਂਕੀ ਗਈ ਹੈ, ਇਹਨਾਂ ਦੀ ਝੂਠ ਬੋਲੀ ਜਾ ਰਹੀ ਹੈ। ਹੈ। ਇਹਨਾਂ ਦੀ ਓਏ ਬੱਤੀ ਤੇ ਹੁਣ ਗਈ ਹੈ ਇੱਕ ਦਿਨ ਤੋਂ। ਇੱਧਰ ਕੈਮਰਾ ਕਰੋ, ਰਾਤ ਨੂੰ ਕਿੰਨੀ ਵਾਰੀ ਬੱਤੀ ਜਾਂਦੀ ਹੈ ਬਈ? ਓਏ ਹੁਣ ਕਹਿ ਦੇ ਰਹੇ ਕੱਲ ਬੱਚਾ ਇੱਕ ਸੈਕਿੰਡ ਠਹਿਰ ਜਾਓ, ਇੱਕ ਸੈਕਿੰਡ ਹੈ। ਰਾਤੀ ਸਾਰੀ ਰਾਤ ਬੱਤੀ ਨਹੀਂ ਆਈ ਹੈਗੀ। ਘੰਟੇ ਜਦੋਂ ਰਕਸ਼ੇ ਚਲਾਉਂਦੇ ਆ ਗਰੀਬ ਆਦਮੀ ਆ, ਇੱਕ ਸੈਕਿੰਡ ਰਕਸ਼ੇ ਚਲਾਉਂਦੇ ਆ ਗਰੀਬ ਆਦਮੀ ਆ, ਰਾਤ ਨੂੰ ਉਹੀ 2-3 ਘੰਟੇ ਜਾ ਕੇ ਗਰਮੀ ਦੇ ਵਿੱਚ ਮੰਨਣਾ ਹੁੰਦਾ, ਘਰ ਸੌਣਾ ਹੁੰਦਾ, ਪੱਖੇ ਦੀ ਹਵਾ ਲੈਣੀ ਹੁੰਦੀ ਹੈ, ਉਹ ਵੀ ਨਹੀਂ ਮਿਲਣੀ। ਨਹੀਂ ਇਹ ਘਰ ਸੌਂਦਾ। ਉਹ ਚਾਚਾ ਇਹਨਾਂ ਦੀ ਗੱਲ ਤੇ ਸੁਣਨ ਦਿਓ। ਬੋਲਦੇ ਘਰ ਸੌਂਦਾ ਹੀ ਨਹੀਂ। ਤੁਹਾਡੇ ਕਿੱਥੇ ਸੌਂਦਾ ਫਿਰ? ਇਹ ਭੈਣ ਭਰਾਵਾਂ ਸੀ, ਦੱਸਦੇ ਨੇ ਟੀਵੀ ਤੇ। ਹੁਣ ਜੋ ਮਰਜ਼ੀ ਕੋਈ ਕੋਲੋਂ ਕਹੀ ਜਾ। ਭੈਣ ਭਰਾ ਬਣਨ, ਭਾਵੇਂ ਫੁੱਫੀ ਦਾ ਬਣਨ ਤੇ ਭਾਵੇਂ ਮਾਮੇ ਦਾ, ਸਾਨੂੰ ਬੱਤੀ ਦੇ ਦਿਓ। ਤੈਨੂੰ ਤੂੰ ਬੱਤੀ ਤੋਂ ਬਗੈਰ ਬੈਠੇ। ਬੱਤੀ ਦੇ ਦੇਣ ਅੰਦਰੂਨ ਸ਼ਹਿਰ ਦੇ ਵਿੱਚ। ਕਿਸੇ ਵੀ ਬੰਦੇ ਨੂੰ ਪੁੱਛ ਲਓ ਕਿੰਨੀ ਲੋਡ ਸ਼ੈਡਿੰਗ ਹੋ ਰਹੀ ਹੈ। ਕਿਹੜੀ ਲੋਡ ਸ਼ੈਡਿੰਗ ਹੋਈ? ਤੂੰ ਕਸਮ ਖਾ ਕੋ ਕੱਲ ਤੋਂ ਬੱਤੀ ਗਈ ਹੈ। ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁल्लाह। ਸੁਣ ਲਓ, ਹੁਣ ਚੁੱਪ ਕਰ ਜਾਓ। ਮਹੀਨਾ ਹੋ ਗਿਆ, ਡੇਲੀ ਬੱਤੀ ਜਾ ਰਹੀ ਹੈ। ਕਿੱਥੇ? ਕੀ ਦੱਸੋ ਹੋਰ ਕੀ ਦੱਸਾਂ? ਦੱਸੋ ਨਹੀਂ ਜਾ ਰਹੀ ਬੱਤੀ। ਕਹਿ ਰਿਹਾ ਡਰਾਮੇ ਬਾਅਦ। ਉਹ ਨਹੀਂ, ਉਹਨਾਂ ਨੇ ਐ ਨਹੀਂ ਕਿ ਉਹਨਾਂ ਨੇ ਪਾਰਟੀ ਨੂੰ ਕਿਹਾ, ਉਹਨਾਂ ਨੇ ਕਿ ਹੁਕੂਮਤ ਝੂਠੀ ਹੈ। ਝੂਠ ਬੋਲਦਾ। ਦੱਸੋ ਹਕੂਮਤ ਦੀ ਗੱਲ ਨਹੀਂ ਕਰਦੇ ਸਾਡੇ। ਚਲੋ ਬਜਟ ਕੀ ਦੇ ਰਿਹਾ ਤੁਹਾਨੂੰ? ਬਜਟ ਚ ਉਮੀਦ ਆ ਗੁਰਬਤ ਮੁੱਕ ਜਾਏਗੀ ਹੁਣ? ਉਹ ਗੁਰਬਤ ਵਧੇਗੀ, ਬਜਟ ਆਉਣ ਤੇ ਦਿਓ। ਆ ਜਾਏਗਾ ਹੁਣ। ਗਰੀਬਾਂ ਦਾ ਖੂਨ ਚੂਸਣਾ ਇਹਨਾਂ ਨੇ। ਇਹ ਬਜਟ ਆਉਣ ਤੇ ਦਿਓ। ਇਹ ਪੈਟਰੋਲ ਮਹਿੰਗਾ ਹੋ ਜਾਣਾ, ਮੈਂ ਬੱਤੀ ਦੱਸਿਆ। ਹੋਰ ਮਹਿੰਗੀ ਹੋ ਜਾਣੀ ਦੱਸਿਆ। ਹੈ। ਹਰ ਚੀਜ਼ ਤੇ ਟੈਕਸ ਲੱਗ ਰਿਹਾ। ਸੂਈ ਗੈਸ ਦਾ ਬਿੱਲ ਸਾਨੂੰ ਆਉਂਦਾ ਹੁੰਦਾ ਸੀ 360 ਰੁਪਏ। ਮੇਰੀ ਬੇਗਮ ਫੋਟ ਹੋ ਗਈ, ਸਾਡੇ ਘਰ ਕੋਈ ਨਹੀਂ ਅੱਲਾਹ ਕਰੀਕੇ ਰਹਿਮਤ ਹੁਣ ਕਰੇ। ਸਾਨੂੰ ਕਿੰਨਾ ਬਿੱਲ ਆਉਂਦਾ ਪਿਆ? 1270 ਰੁਪਏ। ਮੈਂ ਜਾ ਉਹਨੂੰ ਪੁੱਛਿਆ ਜਾ ਕੇ, ਮੈਂ ਕਿਹਾ ਜਨਾਬ ਜੀ ਇਹ ਫਲਾਣਾ ਟੈਕਸ, ਫਲਾਣਾ ਟੈਕਸ, ਫਲਾਣਾ ਟੈਕਸ। ਉਹ ਸੀ ਇਹਨਾਂ ਟੈਕਸ ਉਹਨੇ ਟੈਕਸ ਪਾ ਰਹੇ ਨੇ। ਗਰੀਬ ਆਦਮੀ ਕਿੱਥੇ ਜਾਵੇ? ਅਸੀਂ ਕਿਸੇ ਹਕੂਮਤ ਦੀ ਗੱਲ ਨਹੀਂ ਕਰਦੇ। ਅਸੀਂ ਕਹਿੰਦੇ ਆ ਸਾਨੂੰ ਰਿਲੀਫ ਮਿਲਣਾ, ਗਰੀਬ ਆਦਮੀ ਨੂੰ ਤਾਂ ਰਿਲੀਫ ਦੇਣ। ਤੇ ਹਮਜ਼ਾ ਸਾਹਿਬ ਆ ਤਾਂ ਰਹੇ ਨੇ ਰਿਲੀਫ ਦੇਣ, ਇਸ ਤੋਂ ਬਾਅਦ ਐਕਟਿਵ ਹੋਣ ਲੱਗੇ ਨੇ। ਕਿੱਥੇ ਆ ਰਹੇ ਨੇ? ਨਵਾਜ਼ ਸ਼ਰੀਫ ਸਾਹਿਬ ਹੀ ਹੋਣਗੇ ਹੁਣ ਐਕਟਿਵ। ਇਹਨਾਂ ਨੂੰ ਪਹਿਲੇ ਹਕੂਮਤ ਦੇ ਜਗ੍ਹਾ ਤੇ ਮਿਲ ਲਵੇ, ਫਿਰ ਐਕਟਿਵ ਵੀ ਹੋਣਗੇ। ਜਗ੍ਹਾ ਮਿਲੀ ਹੈ ਬਈ।
ਉਹਨਾਂ ਦੇ ਕਹਿਣ ਦਾ ਮਤਲਬ ਹੈ 17 ਸੀਟਾਂ ਵਾਲਿਆਂ ਨੂੰ, ਮੈਂ ਨਹੀਂ ਕਹਿ ਰਿਹਾ ਉਹਨਾਂ ਦੀ ਗੱਲ ਤਾਂ ਮੈਨੂੰ ਇਹ ਲੱਗਿਆ ਕੋਈ ਨਹੀਂ ਇਹਨੂੰ ਜਿਸਲੇ ਮਰਜ਼ੀ ਜਿੱਥੇ ਮਰਜ਼ੀ ਗਾਲਾਂ ਹੁਣ ਇੱਥੇ ਬੀਬੀਆਂ ਹੁਣੇ ਖਲੋਤੀਆਂ ਗਾਲ ਨਾ ਕੱਢਣਾ। ਪੀਪਲ ਪਾਰਟੀ ਦਾ ਇੱਕ ਨਾਰਾ ਹੈਗਾ ਸੀ ਨਹੀਂ, 9 ਤਾਰੇ ਤੇ 1 ਚੰਨ, ਤੇ ਹੁਣ ਅੱਗੇ ਤੁਸੀਂ ਆਪ ਸਮਝਦਾਰ ਹੋ। जी वर्स वेलकम बैक आफ्टर द ब्रेक। अब मैं आम आदमी के पास मौजूद हूँ। भाटी चौक में किसान के साथ जो इस वक्त हुकूमत ने किया वो आपके इल्म में है, अच्छा किया तब भी आपके इल्म में, नहीं किया वो भी आपके इल्म में। अब मेरे गिन मजदूर तबका है कि भाटी चौक में यहाँ मजदूर बैठा है, मैं इनसे पूछूंगा चाचा हम तो बोतल पी रहे हैं, बजट तो आने तो बाद खुशहाली हो गई है? नहीं नहीं सगों खुशहाली दी आउण दी बजाय खुशहाली का कोई चक्कर नहीं, कोई चक्कर नहीं जा सगों चढ़ेगा। चलेगा। हाँ जी ਤੇ ਆਪੀ ਮਰੀਮ ਨੇ ਤਾਂ ਮੁਬਾਰਕਾਂ ਦਿੱਤੀਆਂ ਨੇ ਬਜਟ ਤੋਂ ਆਉਣ ਤੋਂ ਬਾਅਦ। ਕਿਸੇ ਨੂੰ ਨਹੀਂ ਦਿੱਤੀ, ਅਸੀਂ ਮਜ਼ਦੂਰੀ ਕਰਨੀ ਹੈ, ਇੱਥੇ ਮਜ਼ਦੂਰੀ ਲੱਭਣ ਡਈ ਤੇ ਹਾਂਜੀ ਹਾਂਜੀ ਤੁਸੀਂ ਬਜਟ ਤੋਂ ਮੁਤਮਈਨ ਨਹੀਂ? ਨਹੀਂ ਨਹੀਂ ਤੁਸੀਂ ਉੱਥੇ ਮੈਨੂੰ ਕਿਹਾ ਨੂਨ ਲੀਗ ਨੂੰ ਬੜਾ ਸਪੋਰਟ ਕਰਦੇ ਹੋ, ਹੁਣ ਵੀ ਕਰਦੇ ਹੋ? ਨਹੀਂ ਭਾਈ ਮੈਂ ਇਹਨਾਂ ਨੇ ਬੇੜਾ ਗਰਕ ਕਰਤਾ ਬਜਟ ਦਾ। ਕਿੰਨਾ ਪਿਆਰ ਕਰਦੇ ਸੀ ਨੂਨ ਲੀਗ ਨੂੰ? ਹਸਬੰਦ ਦੱਸਣਾ, ਦਰਬਾਰ ਦੇ ਅੱਗੇ ਖੜੇ ਹੋ। ਤੁਸੀਂ ਯਾਦ ਕਰੋ ਕਿ ਮੈਂ ਇੱਥੇ ਗੜੀ ਸ਼ੋ ਇੰਟਰਵਿਊ ਦਿੱਤਾ ਸੀ ਕਿ ਮੇਰੇ ਮਰਨ ਤੋਂ ਬਾਅਦ ਜੋ ਮੀਆਂ ਸਾਹਿਬ ਨੂੰ ਚੀਜ਼ ਚਾਹੀਦੀ ਹੋਵੇ ਮੇਰੀ ਹਾਜ਼ਰ ਜਿਸਮ ਦੀ। ਹਾਂ ਹਾਂ ਯਾਦ ਆ ਗਿਆ ਮੈਨੂੰ, ਯਾਦ ਆ ਗਿਆ। ਤੇ ਹੁਣ ਮੇਰਾ ਦਿਲ ਕਰਦਾ ਹਕੀਕਤ ਹੈ ਜਿਹੋ ਜਿਹਾ ਕੰਮ ਕੀਤਾ ਇਹਨਾਂ ਨੇ। ਕੀ ਕੀਤਾ ਹੈ ਉਹਨੇ? ਕਿਹੋ ਜਿਹਾ ਕੰਮ ਕੀਤਾ ਹੈ? ਇਹ ਬਜਟ ਕੀ ਕੀਤਾ ਇਹਨਾਂ ਨੇ? ਇਹ ਜਿਹੜਾ ਗਰੀਬ ਆਦਮੀ ਰੋਟੀ ਖਾ ਰਿਹਾ ਸੀ ਨਾ, ਹੁਣ ਉਹ ਵੀ ਨਹੀਂ ਲੱਭਣੀ ਇਹਨਾਂ। ਤੁਸੀਂ ਆਪਣੇ ਲੀਡਰ ਨਾਲ ਮਿਲ ਕੇ ਕੁਰਬਾਨੀ ਨਹੀਂ ਦੇਵੋਗੇ? ਹੈ ਕਾਦੀ? ਅੱਛਾ ਇਹ ਕੀ ਕਰ ਚੱਕ ਮਾਰਨਾ ਬੈਠਾ ਸੀਟ ਤੇ? मैं देंगा कुर्बानी, ਹੈ मैं देंगा कुर्बानी। वो मेरे सामने चिंची खिलौता है, भाई जरा कैमरा मारो मेरे चिंची दे। अल्लाह दी कसम मैं देंगा कुर्बानी, सिर्फ चिंची दी छत लावांगा, चिंची बेच देंगा। कलाम मेरी कनाल जगह, मैं कनाल जगह बेच देंगा। एक शर्त दे लियावे ना नवाज शरीफ दी अपनी प्रॉपर्टी पाकिस्तान दे विच, लियावे ना जरदारी अपनी प्रॉपर्टी पाकिस्तान दे विच, कहो लियावे कि ना लियावे? पाकिस्तान दा वजीर आजम कौन होवे? ਉਹਨੇ ਨਹੀਂ ਜਾਣੀ। क्यों नहीं लियानी? ਦੇਖ ਲੈਣਾ ਤੁਸੀਂ। ਅਸੀਂ ਤੁਸੀਂ ਨਹੀਂ ਲਿਆਣਾ ਚਾਹੁੰਦੇ। ਚਾਚਾ ਜੀ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਤੁਹਾਨੂੰ ਮੈਂ ਗੱਲ हुकूमत कोई नहीं गंदी, ਅਸੀਂ ਆਪ ਆਵਾਮ ਗੰਦੇ ਆ। ਇਹ ਭਾਈ ਅਸੀਂ ਨਹੀਂ ਗੰਦੇ, ਨਹੀਂ ਅਸੀਂ ਗੰਦੇ ਆ, ਜਾਗ ਨਹੀਂ ਰਹੇ। हुकूमत कोई गंदी नहीं, ਅਸੀਂ ਆਪ ਆਵਾਮ ਗੰਦੀ ਆ। ਯਾਰ ਜਿਹੜਾ ਲੀਡਰ ਹੁੰਦਾ ਦੀ ਗੱਲ ਤੇ ਹੈ ਨਾ, ਸਮਝਾ ਦਈਏ ਠੀਕ ਹੈ ਭਾਈ ਲੀਡਰ उसकी बात तो सुनो क्या कह रहा है। ਠੀਕ ਹੈ ਅਸੀਂ ਲੀਡਰ ਨੂੰ ਅਗਲੇ ਨੂੰ ਚੈੱਕ ਦਿੱਤਾ, ਨਵੇਂ ਨੂੰ ਬਹਾ ਦਿੱਤਾ, ਠੀਕ ਹੈ ਆ ਲੀਡਰ ਗੰਦਾ, ਆ ਗੰਦਾ, ਆਵਾਮ ਲੀਡਰ ਕੋਈ ਨਹੀਂ ਗੰਦਾ, ਅਸੀਂ ਆਵਾਮ ਗੰਦੇ ਆ। इमरान खान आया है ठीक है, ਤੁਸੀਂ ਆਖਾ ਇਸ ਬਹੁਤ ਮੰਗਿਆਈ ਕਰ ਦਿੱਤੀ, ਇਸ 1100 ਵਾਲੀ ਚੀਜ਼ ਇਸ 4500 ਤੇ ਪਹੁੰਚਾ ਦਿੱਤੀ ਔਰ ਉਹਨੂੰ ਡਕਾ ਦਿੱਤਾ, ਉਹ ਗਿਆ ਠੀਕ ਹੈ। 5 ਸਾਲ ਉਹਨੂੰ ਇੱਕ ਸੈਕਿੰਡ ਗੱਲ ਯਾਰ ਮੇਰੀ ਤਾਂ ਗੱਲ ਤਾਂ ਸੁਣ, ਤੂੰ ਵਿੱਚ ਆਦੀ ਬਹਿਸ ਨਾ ਕਰ, ਮੇਰੀ ਗੱਲ ਤੂੰ ਸੁਣਦਾ ਖੜਾ ਯਾਰ, ਮੈਂ ਤੇਰੀ ਸੁਣੀ ਹੈ। ਇਮਰਾਨ ਖਾਨ ਆਇਆ, ਇਸ ਇੰਨੀ ਚੀਜ਼ ਇੰਨੀ ਕਰ ਦਿੱਤੀ, ਇਹਨੂੰ ਤੁਸੀਂ ਦੀ ਉਹਨੂੰ ਪਹੁੰਚਾ ਦਿਓਗਾ ਠੀਕ ਹੈ। ਆ ਹੁਣ ਅਗਲਾ ਲੀਡਰ ਆਇਆ ਹੈ, ਇਹ ਗੰਦਾ ਹੈ, ਇਸ ਨੂੰ ਅਗਾ ਪਹੁੰਚਾ ਦਿਓ। ਉਹ ਅਸੀਂ ਆਵਾਮ ਖੁਦ ਗੰਦੇ ਆ, ਅਸੀਂ ਇੱਕ ਲੀਡਰ ਨੂੰ 5 ਸਾਲ ਤੋਂ ਅੱਗੇ ਦੂਸਰੇ हुकूमत में मौका दे दिए भाई इस ऐसे साल खाता है, अगले साल शायद साडा फायदा सोचे ठीक है। हुकूमत अच्छी आप आवाम किसी को नहीं मैं भाई की बातें सुन रहा हूँ, लेकिन भाई बीच में बहुत गलत गलत बात। आपने कलाम वाली क्या बात किया? कलाम वाली बात बताएं। आप सब कुछ बेच देंगे अगर ये प्रॉपर्टी ले? अल्लाह पाक की कसम खा के कहता हूँ, ला इलाहा इल्लल्लाह मुहम्मदुर रसूलुल्लाह, मैं मुसलमान नहीं, इससे आगे कोई बात है यार? मुझे अपना अगले जान की फिक्र है, मैं झूठ नहीं बोलूंगा, मैं अपनी सारी प्रॉपर्टी बेच दूंगा, लेकिन लेके तो आए ना। नवाज शरीफ क्यों नहीं लेके आता यार? आप मुझे बताएं, नवाज शरीफ के बच्चे क्यों नहीं आते पाकिस्तान? आप मुझे बताएं क्यों नहीं आते जी? इनकी अरबों खरबों की प्रॉपर्टी। क्या कह रहे हैं? नवाज शरीफ के बच्चे कह रहे हैं कि हम पाकिस्तानी नहीं है। तो नवाज शरीफ किधर से पाकिस्तानी है? आप मुझे बताएं। हम पाकिस्तानी नहीं है। नहीं, वो पाकिस्तान का नाम रोशन कर रहे हैं। नहीं कर रहे, हम पाकिस्तानी नहीं है, नवाज शरीफ के बेटे कह रहे हैं। आप बताओ सही है। फिलहाल क्या मुल्क बचाएंगे? ये मुल्क नहीं बचाएंगे। इस बजट से आपको कोई फायदा होगा? ये जो इतना बजट आया है, आप तो तनख्वाहदार, आपकी 32 से 37 हज़ार रुपया मजदूर की भी तनख्वाह हो गई है, अब आप इस पे कोई थैंक यू बोलेंगे? नहीं सर, हम मजदूर आदमी है, इधर अड्डे पे काम करते 15-15 दिन हो गए, दिहाड़ी नहीं लग रही। बिलाल भाई मैं ਤੁਹਾਨੂੰ ਗੱਲ ਦੱਸਾਂ, ਜਦੋਂ ਦੀ ਆਵਾਮ ਨਹੀਂ ਜਾਗਦੀ ਨਾ, अगर वधिया ने तो टैक्स भी तो लाए ना, टैक्स भी तो लाए ना उन्होंने। उधर मुँह करो जरा। मैं कहा तनख्वाह अगर वधिया ने तो टैक्स भी उन्होंने लाए ने, कितने टैक्स लाते ने उन्होंने? की कह रहे हो? ਜਦੋਂ ਦੀ ਤਲੀਮ ਸਸਤੀ ਹੋਈ ਹੈ,
जहालत बढ़ गई है। जब से महंगाई ख़त्म हुई है बदमाशियाँ बढ़ गई हैं। महंगाई कोई नहीं है। हाँ जी, कहाँ महंगाई है? कोई महंगाई नहीं है। तालीम पहले पैसों से होती थी ना, तालीम तो इंसान में इंसानियत थी। अब तालीम फ्री, किताबें फ्री, बदमाशी। बस यही मेरा इंटरव्यू है। कोई हुक्मरान अंकल गलत जी, नहीं बच्चे है। पता है कैसे हम पढ़ते खुद ही हैं? गलत हैं। बाद में ला इलाहा इल्लल्लाह मुहम्मद रसूलुल्लाह, आओ नमाज के टाइम में आखिरत की फिक्र है। आओ है अल्हम्दुलिल्लाह आओ है। फिर चलें नमाज चलेंगे, के लिए। बिल्कुल चलेंगे, पढ़ेंगे। हम लोग इंटरव्यू मुसलमान हैं, जरूरी है, नमाज हम जरूरी मुसलमान हैं अंकल जी, अल्हम्दुलिल्लाह। मुसलमान हम हैं, नमाज भी चलें। पढ़ेंगे। वेरी गुड। मुसलमान छोड़ो अंकल जी, छोड़ो। मुझे दूसरा कलमा तो सिखा दो, सिखाता हूँ ना, आपको तीसरा नहीं तो आता? सिखा दो, सारा दुआ सिखाऊंगा। कनूत तो सिखा दो मुझे, अल्हम्दुलिल्लाह सारा कुछ सूरत सिखाऊंगा। रहमान तो सिखा दो ना मुझे, सिखाऊं, आयतुल बात कुर्सी हुई। तो सिखा। ला क्यों? इलाहा इल्लल्लाह मुहम्मद आप क्यों नहीं रसूलुल्लाह। सीखते? आप मुझे बता दें, आप क्यों नहीं ओ भाई, ये सीखते? देखो। चलो मेरे साथ, मैं आपको ना, सारा ये कुछ मुसलमान सिखाऊंगा। है। चलो मेरे साथ। चाचू ने किसी की मुसलमानियत पे शक ना करें। मिनट में कलमा उठा लिया। गैर मुस्लिम कलमा कभी मैंने कसम उठाया नहीं ना। उठाएगा। गैर मुस्लिम कसम नहीं मैं उठाएगा। कह रहा हूँ ना, मैंने महंगाई कोई महंगाई नहीं है। हुक्मरान सब अच्छे आते हैं। ना, ना, इमरान खान भी अच्छा है, नवाज शरीफ भी अच्छा है। हम खुद नहीं टिकने देते। हम तस्के लेते हैं कि नवाज शरीफ से हम रज गए हैं, इमरान आवाम खान जागती है। क्यों नहीं? इमरान खान से हक रज क्यों गए नहीं हैं, हुआ? आप नवाज शरीफ। बजट से आपको कोई रिलीफ हुआ? अब आगे कोई गुर्बत में कमी प्रोग्राम कर नहीं, बेहतरी आई? आप इसी हल्के की हैं? हाँ जी। ये तो हमजा शहबाज पाकिस्तान के फर्जंद मुस्तकबिल पंजाब हमजा शहबाज का हल्का है। हाँ जी, है ये तो मार नहीं देना था ਅਸਾਂ ਮਾਰ ਗਏ ਤੇ ਬਾਜੀ ਹਮਜ਼ਾ ਸਾਹਿਬ ਦੀ ਯਾਦ 'ਚ ਅਸੀਂ ਯਾਨੀ ਉਹਨਾਂ ਦੇ ਅਕਵਾਲੇ ਜ਼ਰੀ ਹੈਗੇ ਨੇ, ਉਹਨਾਂ ਦੇ ਬੜੇ ਬੜੇ ਕੀਮਤੀ ਫਰਮਾਨ ਨੇ, ਬੜੀ ਸੇਇੰਗਸ ਨੇ, ਉਹ ਅਸੀਂ ਯਾਦ ਕਰੀਏ। ਜਦੋਂ ਸਾਡੇ ਤੇ ਕੋਈ ਮੁਸ਼ਕਿਲ ਹੈ ਤੇ ਸਾਡਾ ਹੌਸਲਾ ਵਧੇਗਾ ਤੇ ਲੀਡਰਾਂ ਨਾਲ ਖੜੀਆਂ। ਗੁਰਬਤ ਆਂਦੀ ਆਈ ਜੇ ਫੇਰ ਕੀ ਹੋ ਗਿਆ? ਹੁਣ ਮੈਂ ਹਣੀ ਵਾਸਤੇ ਆਣੀ ਨਾ ਖਾਣੀ। ਹਾਂਜੀ, बजट बजट सबसे पहले गरीब बंदा उसमें मार गया। जितने के टैक्सेस लग गए हैं, अवाम को सिर्फ इस टाइम के ऊपर पिस्तौल पकड़ने के अलावा, लोगों को लूटने के अलावा कुछ नहीं हुआ। ला इलाहा इल्लल्लाह। जितनी महंगाई हो चुकी है, ये टोटल टैक्स अब तो स्कूल उठाने वाले में 300 रुपया टैक्स उसमें ला के आना। 300 यूनिट वाले का 10,000 रुपया बिल आप हो चुका है। वो कहाँ से दे? ये 37,000 रुपया उन्होंने मजदूर की कम से कम तनख्वाह किया है। सर लेकिन उससे फख्र होना चाहिए कि मैं जी 37,000 रुपये मजदूर की तनख्वाह की। ये सब मजदूर तबका मैं भी इन्हीं में शामिल हूँ, क्योंकि औरत का किचन चलाना औरत ही जानती है। ये 37,000 रुपये मुझे मैडम मरियम घर का बजट बना के देते हैं, जिसमें 200-250 यूनिट्स जो है तो 10,000 रुपया बिजली का बिल है, किराएदार बंदा हो 7-8 हज़ार रुपया उसका किराया भी हो। तो सर वो फकीरों और दरवेशों का खानदान है, वो 37,000 के 7,000 में बजट बना देगा। फिर डूब के मार जाना चाहिए। हैं ਸਾਡਾ ਢਿੱਡ ਚੀਰ ਕੇ नहीं नहीं, इन्होंने क्या मरियम नवाज शरीफ साहबा के आ जाओ, ਉਹ 7,000 37,000 ਚ ਬਜਟ ਬਣਾਉਣ। ਮੈਂ ਕਿਹਾ ਦਰਵੇਸ਼ ਲੋਕ ਨੇ, ਉਹਨਾਂ ਨੂੰ 7,000 ਵੀ ਦੇ ਦੋਗੇ, ਆਪਣਾ ਮਹੀਨੇ ਦਾ ਗੁਜ਼ਾਰਾ ਕਰ ਲੈਣਗੇ। जिस औरत ने कभी आलू ना खरीदते हों, जिस औरत ने कभी प्याज ना खरीदा, अब ईद आ गई है ना, 150 रुपये किलो प्याज बिक रहा है, 120 रुपये किलो टमाटर बिक रहे हैं। इनको तो प्याज टमाटर के भाव का नहीं पता। आप बिल्कुल ठीक है, मैं 7,000, ये तो 3,000 में भी बजट बना सकते हैं। फिर तो ਤੁਹਾਨੂੰ ਨਹੀਂ ਲੱਗਦਾ ਹਮਜ਼ਾ ਸਾਹਿਬ ਬਣਾ ਸਕਦੇ ਨੇ 7,000 ਚ भाई बजट? आप हमजा साहब की बात करो, यहाँ से MNA, यहाँ से किसी बंदे ने पूछ नहीं, इन्होंने आज तक कभी इनको देखा तक नहीं है। हमजा साहब को हाँ जी, सिर्फ तस्वीरों की मैं दिखा देता हूँ। वो तस्वीरों की सर वो खिदमत कर रहे ने दिन रात, तो किस तरह आम च आन ये भी खिदमत हैं? जमहूरियत मजबूत कर रहे ने। ये देखें, इनके मुकाबले में कोई ना, इनके मुकाबले में वो कोई आलिया हमजा खड़ी थी। हाँ जी, वो उसको कभी किसी बंदे ने देखा। इन्होंने इतनी कंपेन करने के बावजूद वो औरत ने 1,05,000 वोट लिया है। ये यहाँ के रहने वाले बावजूद है, इनको तो 20-30 हज़ार वोटों से इनको आगे जाना नहीं था चाहिए था। वो 5,000 वोटों से औरत खड़ी है। ये इनकी हिदमत है इस इलाके की। वोट थे, एक वोट तो भी कोई जीत व्यूअर्स बात ये है, आप भी कुछ कहेंगे? बजट ये यार, सबसे पहले कि अमेरिका की गुलामी ना करें, अंग्रेज़ की गुलामी ना करें, अंग्रेज़ से गुलामी करवाएं। कोई ऐसा खेल खेलें, अंग्रेज़ की गुलामी ना करें, उससे गुलामी करवाएं। ठीक है, नंबर 1। नंबर 2, बिजली का जिन काबू करें। बिजली के बिलों का जिन, वो जो इतनी महंगी बिजली है, इसका जिन काबू करें, ऐसा खेल खेलें। और तीसरा, पेट्रोल का जिन काबू करें, इसका भी कोई ऐसा खेल खेलें। खिलाड़ी तो ये पुराने हैं,
एक जरदारी को डाकू कहते हैं और वो क्या ये नवाज शरीफ सर क्या खिला रही हैं? खेल खेलने में मास्टर हैं सर मुझे पता जो ये मास्टर्स हैं ये शुमाली लाहौर की ये ट्रेनिंग हमजा साहब के कवाले जरिए से हम पुराने खिलाड़ी हैं, छोड़ देंगे बस, बाकी जो हालात हैं वो मुझे पता है। इस दुआ के साथ व्यूअर्स ये थी अवामी राय। मेरा काम है अवाम के पास जाना, चूँकि मैं बीइंग अ शहरी ऑफ लाहौर, मैं ज़ाती तौर पे समझता हूँ ये जो अंदरून शहर है ना, ये लाहौर का हार्ट है, दिल है, 12 दरवाजे हैं। पंजाबी च कहते हैं 12 दरवाजे 13वीं मोरी, इंज ही है सर। ਇੱਥੇ ਕਾਰੋਬਾਰੀ ਹਜ਼ਰਾਤ ਵੀ ਰਹਿੰਦੇ ਨੇ, ਇੱਥੇ ਆਮ ਲਾਹੌਰੀ ਵੀ ਰਹਿੰਦਾ ਹੈ, ਤੇ ਇੱਥੇ ਉਹ ਕਲਾਸ ਲਾਹੌਰ ਦੀ ਰਹਿੰਦੀ ਹੈ ਜਿਹੜੀ ਪੂਰੇ ਹਾਂਜੀ ਇਸ ਲਈ ਮੈਂ ਆਉਣਾ ਇੱਥੇ, ਹਾਂਜੀ ਇਸ ਲਈ ਮੈਂ ਆਇਆ। ਲੋਕੀ ਬਿੱਲਾਂ ਬੱਤੀ ਦੇ ਬਿੱਲਾਂ ਤੋਂ ਬਿੱਲਾਂ ਤੇ ਐਡੇ ਕੁ ਤੰਗ ਨੇ ਕਿ ਲੋਕੀ ਜ਼ਲੀਲ ਹੋ ਗਏ ਨੇ, ਭਾਂਡੇ ਵੇਚਣ ਤੋਂ ਮਜਬੂਰ ਹੋ ਗਏ ਨੇ। ਇਹ ਨਹੀਂ 168 ਯੂਨਿਟ ਮੇਰੇ ਬਣੇ ਨੇ, ਮੈਂ 10,000 ਰੁਪਏ ਬਿੱਲ ਧਾਰ ਰਿਹਾ। 168 ਜਿਹੜਾ 500-700 ਰੁਪਏ ਦਿਹਾੜੀ ਲੈਂਦਾ ਮੈਨੂੰ 10,000 ਕਿਤੋਂ ਲਿਆਏਗਾ? ਹਮਜ਼ਾ ਸਾਹਿਬ ਨੂੰ ਯਾਦ ਕਰੋ, ਕਿਹਨੂੰ ਜੀ? ਹਮਜ਼ਾ ਸਾਹਿਬ ਨੂੰ ਯਾਦ ਕਰੋ, ਹੌਸਲਾ ਵਧੇਗਾ। ਬਜਾਦੇ ਖੁਦ ਪੀਪਲ ਪਾਰਟੀ ਦਾ ਬੰਦਾ ਹੂੰ। अच्छा सर एक सेकंड, मैं बजाते खुद पीपल पार्टी का बंदा हूं। एक सेकंड दुआ के साथ कि अल्लाह अपने बीबी इस्लाम के सदके हम सबके लिए आसानियां पैदा करे। अगले प्रोग्राम तक के लिए अपने होस्ट मोहम्मद डॉक्टर बिलाची को इजाजत दीजिए। अल्लाह ने के बाद।